ਕਾਰਜਕਾਰੀ ਜਥੇਦਾਰ ਹੁਣ ਤੱਕ ਕਾਰਜਕਾਰੀ ਜਥੇਦਾਰ ਦੀ ਕੋਈ ਪੋਸਟ ਰਹੀ ਹੈ ਸਿੱਖ ਪੰਥ ਦੇ ਵਿੱਚ? ਜੇ ਜਥੇਦਾਰ ਸਾਹਿਬ ਦੀ ਸੋਚ ਇਸ ਕਦਰ ਨਿਗਾਰੂ ਹੈ ਕਿ ਉਹ ਅਕਾਲ ਤਖਤ ਸਾਹਿਬ ਨੂੰ ਥਾਣੇ ਨਾਲ ਤੁਲਨਾ ਕਰਨ ਲੱਗ ਗਏ ਨੇ ਤੇ ਉਸ ਨੂੰ 1 ਮਿੰਟ ਵੀ ਜਥੇਦਾਰ ਰਹਿਣ ਦਾ ਅਧਿਕਾਰ ਨਹੀਂ ਹੈਗਾ, ਉਹਨੂੰ ਤੁਰੰਤ ਇਸਤੀਫਾ ਦੇ ਦੇਣਾ ਚਾਹੀਦਾ। ਇਸ ਕਦਰ ਰੱਦੀ ਸੋਚ ਵਾਲਾ ਬੰਦਾ ਅਸੀਂ ਅਪਣਾਇਆ ਹੋਇਆ। ਸਿੱਖ ਰਹਿਤ ਮਰਿਆਦਾ ਵਿੱਚ ਕਾਰਜਕਾਰੀ ਜਥੇਦਾਰ ਦਾ ਕੋਈ ਵਿਧਾਨ ਨਹੀਂ ਹੈ। ਗਿਆਨੀ ਹਰਪ੍ਰੀਤ ਸਿੰਘ ਤੋਂ ਪਹਿਲਾਂ ਤੱਕ ਕਾਰਜਕਾਰੀ ਜਥੇਦਾਰ ਨੂੰ ਪਰਮਾਨੈਂਟ ਜਥੇਦਾਰ, ਕਾਰਜਕਾਰੀ ਪਰਮਾਨੈਂਟ ਜਥੇਦਾਰ ਬਣਾ ਦੇਣਾ, ਅਜਿਹਾ ਕੋਈ ਵੀ ਵਿਧਾਨ ਸਿੱਖੀ 'ਚ ਨਹੀਂ ਹੈ। ਪਰ ਇੱਕ ਉਮੀਦ ਜਾਗੀ ਸੀ ਕਿ ਵੀ ਕੋਈ ਪੜ੍ਹਿਆ ਲਿਖਿਆ ਬੰਦਾ ਆ ਰਿਹਾ, ਪਰ ਪੜ੍ਹਿਆ ਲਿਖਿਆ ਬੰਦਾ ਅਜਿਹਾ ਲਿਦਪੁਣਾ ਕਰੇਗਾ, ਅਜਿਹਾ ਤਾਂ ਕਦੇ ਵੀ ਸਿੱਖ ਸਮਾਜ ਨੇ ਸੋਚਿਆ ਹੀ ਨਹੀਂ ਸੀ। ਕਾਮਯਾਬੀ ਤਾਂ ਹਾਲੇ ਤੱਕ ਇੱਕ ਵੀ ਨਹੀਂ ਹੈਗੀ, ਸਾਰੀਆਂ ਨਾਕਾਮੀਆਂ ਹੀ ਨੇ। ਔਰ ਨਾਕਾਮੀਆਂ ਵੀ ਇਸ ਕਦਰ ਨੇ ਕਿ ਪਹਿਲੀ ਵਾਰੀ ਸਿੱਖ ਇਤਿਹਾਸ ਵਿੱਚ ਹੋ ਰਿਹਾ ਹੈ। ਤੇ ਜਥੇਦਾਰ ਦੀ ਕੀ ਉਕਤ ਤੇ ਕੀ ਬੁੱਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਰਹਿ ਗਈ। ਸਿਆਸਤਦਾਨਾਂ ਸਾਹਮਣੇ ਪੰਥ ਦੀ ਤਾਂ ਗੱਲ ਹੀ ਛੱਡੋ, ਮੇਰੇ ਵਰਗੇ ਸਿੱਖ ਦੀ ਵੀ ਗੱਲ ਛੱਡੋ, ਸਿਆਸਤਦਾਨਾਂ ਨੇ ਇਸ ਦੀ ਬੁੱਕਤ ਕਿੰਨੀ ਕੁ ਰੋਲ ਛੱਡੀ। ਮੈਂ ਤਾਂ ਕਹਿ ਰਿਹਾ ਲਿਦ ਪੁਣੇ ਤੋਂ ਹੀ ਵੱਧ ਘਾਣ ਕਰ ਦਿੱਤਾ ਇਹਨਾਂ ਨੇ। ਤੇ ਤੁਸੀਂ ਕਹਿੰਦੇ ਕਾਮਯਾਬੀ ਤਾਂ ਕੋਈ ਵੀ ਨਹੀਂ। ਭੁੰਦੜ ਸਾਹਿਬ ਨੂੰ ਮਾਫੀ ਦੇ ਕੇ ਤਸ਼ਤਰੀ 'ਚ ਕਾਰਜਕਾਰੀ ਜਥੇਦਾਰੀ ਲੈ ਕੇ ਤੇ ਅਕਾਲ ਤਖਤ ਸਾਹਿਬ ਤੇ ਆ ਗਿਆ। ਤੁਸੀਂ ਕਹਿੰਦੇ ਕਾਮਯਾਬੀ ਤਾਂ ਕੋਈ ਵੀ ਨਹੀਂ। ਭੁੰਦੜ ਸਾਹਿਬ ਨੂੰ ਮਾਫੀ ਦੇ ਕੇ ਤਸ਼ਤਰੀ 'ਚ ਕਾਰਜਕਾਰੀ ਜਥੇਦਾਰੀ ਲੈ ਕੇ ਤੇ ਅਕਾਲ ਤਖਤ ਸਾਹਿਬ ਤੇ ਆ ਗਿਆ। ਹੁਣ ਈਮੇਲ ਤੇ ਹੀ ਔਰ ਸਾਈਬਰ ਕ੍ਰਾਈਮ ਸਾਈਬਰ ਦੁਨੀਆ ਵਿੱਚ ਹੀ ਇਹਨੇ ਗਾਇਕ ਸਰਤਾਜ ਨੂੰ ਜਫਰਨਾਮਾ ਸਾਹਿਬ ਵਿੱਚ ਇੰਨੀਆਂ ਵੱਡੀਆਂ ਉਣਤਾਈਆਂ, ਖੁਦ ਉਦੋਕੇ ਦੀ ਰਿਪੋਰਟ, ਪਰਮਪਾਲ ਦੀ 35 ਮੈਂਬਰੀ ਕਥਿਤ ਤੌਰ ਤੇ ਜਿਹੜੀ ਸਲਾਹਕਾਰ ਕਮੇਟੀ ਹੈ ਉਹਦੀ ਰਿਪੋਰਟ ਵਿੱਚ ਮੰਨਿਆ ਜਾ ਰਿਹਾ ਕਿ ਕੁਤਾਹੀਆਂ ਹੋਈਆਂ, ਤੇ ਫਿਰ ਵੀ ਕਹੀ ਜਾ ਰਿਹਾ ਕਿ ਅਸੀਂ ਮਾਫ ਕਰ ਦਿੱਤਾ। ਤੇ ਦੂਜੇ ਪਾਸੇ ਦੂਸਰਾ ਗਾਇਕ ਹੈ ਜਿਹਨੂੰ ਇਹਨਾਂ ਨੇ ਲਤਾੜ ਦਿੱਤਾ ਤੇ ਉਹਨੂੰ ਆਪਣੀ ਗਾਣਾ ਵੀ ਵਾਪਸ ਲਾਣਾ ਪਿਆ। ਰਣਜੀਤ ਬਾਵੇ ਦੀ ਗੱਲ ਕਰ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਦੁਨੀਆ ਸਭ ਜਾਣਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬਾਦਲਾਂ ਦੇ ਅਧੀਨ ਚੱਲ ਰਹੀ ਹੈ, ਉਹ ਉਹਨਾਂ ਬੰਦਿਆਂ ਨੂੰ ਹਮੇਸ਼ਾ ਹੀ ਫਖਰੇ ਕੌਮ ਬਣਾ ਕੇ, ਕਾਰਜਕਾਰੀ ਜਥੇਦਾਰ ਬਣਾ ਕੇ ਸਿੱਖਾਂ ਤੇ ਸਿਰ ਤੇ ਬਾਂਧੀ ਰਹੇਗੀ। ਤੇ ਨਾ ਹੀ ਇਹਨਾਂ ਨੇ ਸ਼੍ਰੋਮਣੀ ਕਮੇਟੀ ਤੋਂ ਹਿਸਾਬ ਮੰਗਿਆ ਕਿ ਜਿਹੜਾ ਤੁਸੀਂ ਜਦੋਂ ਰਾਮ ਰਹੀਮ ਨੂੰ ਮਾਫੀ ਹੋਈ ਸੀ ਉਹ ਵੀ ਤਾਂ ਮਸਲਾ ਚੱਲਦਾ, ਉਹ ਵੀ ਇਹਨਾਂ ਦੇ ਸਿਰ ਆਉਂਦਾ। ਇੱਥੇ 328 ਸਰੂਪ ਕਹੀ ਜਾਂਦੇ ਨੇ, ਜਿਹੜੇ 450 ਸਰੂਪ ਕੈਨੇਡਾ ਵਿੱਚ ਰਿਪੁਦਮਨ ਸਿੰਘ ਜਿਹੜੀ ਉਹਦੀ ਕਮੇਟੀ ਹੈਗੀ ਆ, ਜਿਹੜੀ ਉਹਨੇ ਖੁਰਦ-ਬੁਰਦ ਕਰ ਦਿੱਤੇ, ਉਹ ਬੱਸ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤਿਆਂ ਵਿੱਚੋਂ ਨਿਕਲ ਗਈ। ਸਵਾਲ ਉੱਠਦੇ ਨੇ ਕਿ ਟਾਸਕ ਫੋਰਸ ਨੇ ਜੋ ਕੁਝ ਕੀਤਾ, ਜਥੇਦਾਰ ਸਾਹਿਬ ਦੀ ਚੁੱਪ ਤੇ ਵੀ ਸਵਾਲ ਉੱਠਦੇ ਨੇ ਕਿ ਇਹਦੇ ਤੇ ਕਿਉਂ ਨਹੀਂ ਬੋਲਿਆ ਗਿਆ। ਮੈਂ ਬੜਾ ਸਪਸ਼ਟ ਹੈਗਾ ਕਿ ਜਿਵੇਂ ਸਟੇਟ ਨੇ ਟੈਰੋਰਿਜ਼ਮ ਪੈਦਾ ਕਰਨ ਵਾਸਤੇ KPS ਗਿੱਲ, ਉਮਰਾ ਨੰਗਲ, ਸੈਣੀ ਤੇ ਅਜੀਤ ਸਿੰਘ ਤੇ ਗਰੇਵਾਲ ਵਰਗੇ, ਆਲਮ ਵਰਗੇ ਬੜੇ ਬੰਦੇ ਪੈਦਾ ਕੀਤੇ, ਠੀਕ ਹੈ ਨਾ ਜੀ, ਉਵੇਂ ਹੀ ਬਾਦਲਾਂ ਨੇ ਅਕਾਲੀ ਦਲ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਟਾਸਕ ਫੋਰਸ ਬਣਾ ਕੇ ਸਿੱਖੀ ਵਿੱਚ ਟੈਰੋਰਿਜ਼ਮ ਪੈਦਾ ਕਰਨ ਵਾਸਤੇ ਇੱਕ ਸੱਤਾ ਦੇ ਅਧੀਨ ਬੈਨਰ ਧਰਮ ਤੇ ਅਕਾਲੀ ਬੈਨਰ ਦੇ ਹੇਠਾਂ ਅੱਤਵਾਦੀ ਪੈਦਾ ਕਰ ਦਿੱਤੇ ਨੇ। ਇਹ ਤਾਂ ਸਿੱਖਾਂ ਨੂੰ ਸੋਚਣਾ ਪੈਣਾ। ਟਾਸਕ ਫੋਰਸ ਨੂੰ ਤੁਸੀਂ ਕਹਿ ਰਹੇ ਹੋ ਕਿ ਇਸ ਤਰ੍ਹਾਂ? ਬਿਲਕੁਲ ਸਪਸ਼ਟ ਕਹਿ ਰਿਹਾ ਮੈਂ ਕਿ ਜਿੰਨੇ ਵੀ 2 ਨੰਬਰੀਏ ਨੇ, 10 ਨੰਬਰੀਏ ਨੇ, ਚੋਰ ਨੇ, ਪੰਥ ਨਾਲ ਗੁਨਾਹ ਕਰਨ ਵਾਲੇ ਨੇ, ਹੋਰ ਗੁਨਾਹ ਕਰਨ ਵਾਲੇ ਨੇ, ਚਿੱਟੇ ਵੰਡਣ ਵਾਲੇ ਨੇ, ਸਮਾਜ ਵਿੱਚ ਹੋਰ ਕੁਰੀਤੀਆਂ ਪੈਦਾ ਕਰਨ ਵਾਲੇ ਨੇ, ਇਹਨਾਂ ਸਾਰੇ ਕਾਕਸ ਰਾਹੀਂ ਅਕਾਲੀ ਦਲ ਧਰਮ ਅਤੇ ਪਾਰਟੀ ਚਲਾ ਰਿਹਾ। ਤੇ ਇਸ ਲਈ ਉਹਨਾਂ ਨੇ ਕਹਿ ਦਿੱਤਾ ਵੀ ਇਹਨਾਂ ਸਾਰਿਆਂ ਨੂੰ ਵੀ ਮਾਫ ਕਰ ਦਿਓ। ਸ੍ਰੀ ਅਕਾਲ ਤਖਤ ਸਾਹਿਬ ਦਾ ਸੈਕਟਰੀਏਟ, ਉਸ ਦੀ ਵੈਬਸਾਈਟ, ਉਸ ਦੀ ਈਮੇਲ ਤੇ ਦੁਨੀਆ ਭਰ ਵਿੱਚ ਉਸ ਦਾ ਜਿਹੜੀ ਸੁਤੰਤਰ ਹਸਤੀ ਇੱਕ ਦਫ਼ਤਰ ਦੀ ਸਥਾਪਿਤ ਹੋ ਗਈ ਸੀ, ਚੱਲ ਰਹੀ ਸੀ।
ਇਹਨੂੰ ਕਾਰਜਕਾਰੀ ਬਣਾਉਂਦੇ ਸਾਰ ਹੀ ਸਭ ਤੋਂ ਪਹਿਲਾਂ ਐਸਜੀਪੀਸੀ ਨੇ ਉਹ ਸੁਤੰਤਰ ਹਸਤੀ ਖਤਮ ਕੀਤੀ। ਕੋਈ ਸਿੱਖ ਵਿਦਵਾਨ ਨਹੀਂ ਬੋਲਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਸਿੱਖ ਪੰਥ ਦੇ ਵਿੱਚ ਕਈ ਤਰ੍ਹਾਂ ਦੇ ਮੁੱਦੇ ਜਿਹੜੇ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ, ਨਵੇਂ ਪੁਰਾਣੇ, ਜਿਨ੍ਹਾਂ ਦੇ ਵਿੱਚ ਭਾਵੇਂ ਉਹ ਸ਼੍ਰੋਮਣੀ ਕਮੇਟੀ ਤੇ ਸਵਾਲ ਉੱਠਦੇ ਹੋਣ, ਪਰ ਸਭ ਤੋਂ ਵੱਡਾ ਸਵਾਲ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਉੱਠਦਾ ਹੈ। ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਬਾਅਦ ਬੜੇ ਨਾਟਕੀ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣਦੇ ਨੇ। ਇਹਦੇ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ, ਪਰ ਹੁਣ ਤੱਕ ਦਾ ਕਾਰਜਕਾਲ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਹਾ, ਕਿੱਥੇ ਕਿੱਥੇ ਉਹਨਾਂ ਨੇ ਕਿਸ ਤਰ੍ਹਾਂ ਦੀ ਜਿਹੜੀ ਹੈ ਨਾਕਾਮੀ ਸਾਬਤ ਹੋਈ ਇੱਕ ਐਜ਼ ਏ ਕਾਰਜਕਾਰੀ ਜਥੇਦਾਰ ਦੇ ਵਜੋਂ, ਇਹ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸਾਬਕਾ ਮੈਂਬਰ ਪਾਰਲੀਮੈਂਟ ਅਤਿੰਦਰਪਾਲ ਸਿੰਘ ਖਾਲਿਸਤਾਨੀ। ਸਰ, ਤੁਹਾਡਾ ਸਵਾਗਤ ਹੈ ਲੋਕਰਨ ਚੈਨਲ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤਿੰਦਰਪਾਲ ਸਿੰਘ ਜੀ, ਜਿਵੇਂ ਕਿ ਮੈਂ ਦੱਸਿਆ ਕਿ ਕਾਰਜਕਾਰੀ ਜਥੇਦਾਰ, ਹੁਣ ਤੱਕ ਕਾਰਜਕਾਰੀ ਜਥੇਦਾਰ ਦੀ ਕੋਈ ਪੋਸਟ ਰਹੀ ਹੈ ਸਿੱਖ ਪੰਥ ਦੇ ਵਿੱਚ? ਦੇਖੋ ਜੀ, ਕਾਰਜਕਾਰੀ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਐਕਟ 'ਚ ਕੋਈ ਅਹੁਦਾ ਨਹੀਂ ਹੈ। ਸਿੱਖ ਰਹਿਤ ਮਰਿਆਦਾ ਵਿੱਚ ਕਾਰਜਕਾਰੀ ਜਥੇਦਾਰ ਦਾ ਕੋਈ ਵਿਧਾਨ ਨਹੀਂ ਹੈ। ਸਿੱਖ ਸੰਕਲਪ ਔਰ ਸਿੱਖ ਥਾਟ ਦੇ ਅੰਦਰ ਤੁਸੀਂ ਗੁਰੂ ਸਾਹਿਬਾਨ ਤੋਂ ਬਾਅਦ ਮਿਸਲ ਕਾਲ ਤੋਂ ਜਦੋਂ ਤੋਂ ਜਥੇਦਾਰ ਚੁਣਨੇ ਤੇ ਸਥਾਪਿਤ ਕਰਨੇ ਤੇ ਨਿਰਣੇ ਕਰਨੇ ਅਕਾਲ ਤਖਤ ਸਾਹਿਬ ਤੇ ਆਰੰਭ ਹੋਏ, ਉਦੋਂ ਤੋਂ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਤੋਂ ਪਹਿਲਾਂ ਤੱਕ ਕਾਰਜਕਾਰੀ ਜਥੇਦਾਰ ਨੂੰ ਪਰਮਾਨੈਂਟ ਜਥੇਦਾਰ, ਕਾਰਜਕਾਰੀ ਪਰਮਾਨੈਂਟ ਜਥੇਦਾਰ ਬਣਾ ਦੇਣਾ, ਅਜਿਹਾ ਕੋਈ ਵੀ ਵਿਧਾਨ ਸਿੱਖੀ 'ਚ ਨਹੀਂ ਹੈ। ਤੇ ਆਪਣੇ ਆਪ ਵਿੱਚ ਹੀ ਮੈਨੂੰ ਨਹੀਂ ਸਮਝ ਆਉਂਦਾ ਕਿ ਇੱਕ ਪੜ੍ਹਿਆ ਲਿਖਿਆ ਵਿਅਕਤੀ ਆਇਆ ਸੀ, ਕਹਿੰਦਾ ਸੀ ਮੈਂ PhD ਕੀਤੀ ਹੈ। ਚਲੋ ਪੋਲ ਬਾਅਦ ਵਿੱਚ ਖੁੱਲ੍ਹ ਗਈ ਕਿ ਬਈ ਇੱਕ ਕੀਤੀ ਕਰਾਈ ਆਪਣਾ ਉਰਦੂ ਦੀ ਪੰਜਾਬੀ ਟਰਾਂਸਲੇਸ਼ਨ ਪਾਕ ਕੁਰਾਨ ਸ਼ਰੀਫ ਜੀ, ਤੇ ਇਹਨੇ PhD ਲੈ ਲਈ। ਤੇ ਉਹ ਵੀ ਬਾਅਦ ਵਿੱਚ ਕਹਾਣੀ ਖੁੱਲ੍ਹੀ। ਜਿਹੜੇ ਇਹਦੇ ਇੰਸਟਰਕਟਰ ਨੇ ਆ, ਜਿਹੜੇ ਇਹਦੇ ਨਾਲ ਹੋਰ ਪੜ੍ਹੇ ਲਿਖੇ ਬੰਦੇ ਨੇ, ਉਹ ਦੱਸਦੇ ਨੇ ਜਿਵੇਂ ਕਥਿਤ ਤੌਰ 'ਤੇ ਵਿਵਾਦ ਚੱਲ ਪਿਆ ਉਸ ਦਾ ਵੀ। ਪਰ ਇੱਕ ਉਮੀਦ ਜਾਗੀ ਸੀ ਕਿ ਵੀ ਕੋਈ ਪੜ੍ਹਿਆ ਲਿਖਿਆ ਬੰਦਾ ਆ ਰਿਹਾ, ਪਰ ਪੜ੍ਹਿਆ ਲਿਖਿਆ ਬੰਦਾ ਅਜਿਹਾ ਲਿੱਧਪੁਣਾ ਕਰੇਗਾ, ਅਜਿਹਾ ਤਾਂ ਕਦੇ ਵੀ ਸਿੱਖ ਸਮਾਜ ਨੇ ਸੋਚਿਆ ਹੀ ਨਹੀਂ ਸੀ। ਔਰ ਇੱਕ ਪੜ੍ਹੇ ਲਿਖੇ ਬੰਦੇ ਤੋਂ, ਸੂਝਵਾਨ ਬੰਦੇ ਤੋਂ, ਜਿਹਦੇ ਵਿੱਚ ਜ਼ਮੀਰ ਜਾਗਦੀ ਹੋਏ, ਦਿਮਾਗ ਵਿੱਚ ਸਿੱਖੀ ਦੀ ਸੁਰਤ ਹੋਏ, ਬਾਣੀ ਦਾ ਵਿਵੇਕ ਹੋਏ ਤੇ ਬਾਣਾ ਹੋਏ, ਉਹ ਵਿਅਕਤੀ ਗੁਰਮਤ ਮਰਿਆਦਾ ਤੋਂ ਅਧੀਨ ਉਹਦਾ ਕਿਵੇਂ ਪ੍ਰਵਾਨ ਕਰਕੇ ਹਲੇ ਤੱਕ ਬੈਠਾ ਹੈ? ਮੇਰੇ ਲਈ ਇਹੀ ਸਭ ਤੋਂ ਵੱਡਾ ਪ੍ਰਸ਼ਨ ਚਿੰਨ੍ਹ ਹੈ ਕਾਰਜਕਾਰੀ ਜਥੇਦਾਰ ਤੇ। ਹੁਣ ਤੱਕ ਦੀ ਕਾਰਜਕਾਰੀ, ਜੇ ਆਪਾਂ ਲਾਈਏ ਵੀ ਸ਼ੁਰੂ ਤੋਂ ਲੈ ਕੇ, ਕਿਹੜੇ ਕਿਹੜੇ ਤੁਹਾਨੂੰ ਲੱਗਦੇ ਨੇ ਕਿ ਕਿੱਥੇ ਕਿੱਥੇ ਖਾਮੀਆਂ ਹੋਈਆਂ, ਕਿੱਥੇ ਕਿੱਥੇ ਨਾਕਾਮੀਆਂ ਹੋਈਆਂ, ਜਿਹਦੇ ਕਰਕੇ ਤੁਸੀਂ ਜਿਹੜਾ ਉਹ ਸਵਾਲ ਚੁੱਕ ਰਹੇ ਹੋ? ਦੇਖੋ ਜੀ, ਕਾਮਯਾਬੀ ਤਾਂ ਹਾਲੇ ਤੱਕ ਇੱਕ ਵੀ ਨਹੀਂ ਹੈਗੀ, ਸਾਰੀਆਂ ਨਾਕਾਮੀਆਂ ਹੀ ਨੇ। ਔਰ ਨਾਕਾਮੀਆਂ ਵੀ ਇਸ ਕਦਰ ਨੇ ਕਿ ਪਹਿਲੀ ਵਾਰੀ ਸਿੱਖ ਇਤਿਹਾਸ ਵਿੱਚ ਹੋ ਰਿਹਾ ਹੈ ਕਿ ਜਿਹੜੀ ਸੰਸਥਾ ਗੁਰਮਤ ਰਹਿਤ ਮਰਿਆਦਾ ਨੂੰ ਕਾਇਮ ਕਰੇ, ਜਿਹੜੀ ਸੰਸਥਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਤੇ ਸਤਿਕਾਰ ਲਈ ਬਣੀ ਹੋਏ, ਉਹੀ ਸੰਸਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਦੇ ਤੇ ਉਹ ਬਤੌਰ ਕਾਰਜਕਾਰੀ ਜਥੇਦਾਰ ਉਹ ਅਜਿਹੀ ਇਨਕੁਆਇਰੀ ਕਰਾਏ ਕਿ ਜਿਸ ਬੇਅਦਬੀ ਕਰਨ ਵਾਲਾ ਇੱਕ ਖਾਨਦਾਨ ਤੇ ਸਮੁੱਚੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੰਤਰਿੰਗ ਕਮੇਟੀਆਂ ਤੇ ਪ੍ਰਧਾਨਾਂ ਨੂੰ ਅੰਦਰ ਖਾਤੇ ਚਿੱਟੀ ਚਾਦਰ ਵਿੱਚ ਫਖਰੇ ਕੌਮ ਬਣਾਉਣ ਵਾਸਤੇ ਇੱਕ ਇਨਕੁਆਇਰੀ ਕਰਾ ਲਏ। ਤੇ ਮੈਨੂੰ ਅਜਿਹਾ ਇਨਕੁਆਇਰੀ ਕਮਿਸ਼ਨ ਵੀ ਅੱਜ ਤੱਕ ਨਹੀਂ ਸਮਝ ਆਇਆ ਕਿ ਉਹ ਕਹੇ ਵੀ ਕਿ ਬਈ ਜੁਰਮ ਹੋਇਆ, ਐਨੇ ਨਹੀਂ ਐਨੇ ਸਰੂਪ ਦੀ ਬੇਅਦਬੀ ਹੋਈ, ਉਹ 328 ਤੇ ਪਹੁੰਚ ਜਾਏ। ਤੇ ਜਥੇਦਾਰ ਦੀ ਕੀ ਉਕਤ ਤੇ ਕੀ ਬੁੱਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਰਹਿ ਗਈ। ਸਿਆਸਤਦਾਨਾਂ ਸਾਹਮਣੇ ਪੰਥ ਦੀ ਤਾਂ ਗੱਲ ਹੀ ਛੱਡੋ, ਮੇਰੇ ਵਰਗੇ ਸਿੱਖ ਦੀ ਵੀ ਗੱਲ ਛੱਡੋ, ਸਿਆਸਤਦਾਨਾਂ ਨੇ ਇਸ ਦੀ ਬੁੱਕਤ ਕਿੰਨੀ ਕੁ ਰੋਲ ਛੱਡੀ। ਮੈਂ ਤਾਂ ਕਹਿ ਰਿਹਾ, ਲਿੱਧਪੁਣੇ ਤੋਂ ਹੀ ਵੱਧ ਘਾਣ ਕਰ ਦਿੱਤਾ ਇਹਨਾਂ ਨੇ। ਤੇ ਕਿਵੇਂ? ਉਹ ਕਹਿੰਦਾ 328 ਸਰੂਪ ਸਾਹਮਣੇ ਆ ਗਏ
ਤੇ ਐਸਜੀਪੀਸੀ ਦਾ ਪ੍ਰਧਾਨ ਤੇ ਅੰਤਰਿੰਗ ਕਮੇਟੀ ਕਹਿੰਦੀ ਹੈ ਨਾ ਕੋਈ ਸਰੂਪ ਦੀ ਬੇਅਦਬੀ ਹੋਈ, ਨਾ ਕੋਈ ਖੁਰਦ-ਬੁਰਦ ਹੋਇਆ, ਸਾਰੇ ਸੰਗਤਾਂ 'ਚ ਵੰਡ ਦਿੱਤੇ ਗਏ ਤੇ ਜਥੇਦਾਰ ਮੂੰਹ 'ਚ ਘੁੰਗਣੀਆਂ ਪਾ ਕੇ ਦਮਦਮਾ ਸਾਹਿਬ ਜਾ ਕੇ ਬਹਿ ਜਾਏ। ਉਹ ਕਹਿੰਦੇ ਵੀ ਅੰਕੜਿਆਂ ਦੇ ਵਿੱਚ ਹੇਰ-ਫੇਰ ਹੋਈ ਹੈ, ਜਿਹੜਾ ਉੱਪਰ ਥੱਲੇ ਹੋ ਗਿਆ। ਤੇ ਮਤਲਬ ਜਥੇਦਾਰ ਨੂੰ ਤੇ ਝੂਠਾ ਉਹਨਾਂ ਨੇ ਪਾ ਦਿੱਤਾ ਨਾ। ਈਸ਼ਰ ਸਿੰਘ ਭਾਈ ਸਾਹਿਬ ਨੂੰ ਵੀ ਝੂਠਾ ਪਾਤਾ, ਹੁਣ ਉਹ ਵੀ ਮੂੰਹ 'ਚ ਘੁੰਗਣੀਆਂ ਪਾ ਕੇ ਬੈਠਾ, ਜਥੇਦਾਰ ਵੀ ਘੁੰਗਣੀਆਂ ਪਾ ਕੇ ਬੈਠਾ ਤੇ ਕੌਮ ਨੂੰ ਖੱਜਲ ਖੁਆਰ ਕਰ ਰਹੇ ਨੇ। ਤੇ ਇਹ ਮੁੱਦੇ ਗੰਭੀਰ ਨੇ। ਤੀਸਰਾ ਮੁੱਦਾ ਤੁਸੀਂ ਕਹਿੰਦੇ ਕਾਮਯਾਬੀ ਤਾਂ ਕੋਈ ਵੀ ਨਹੀਂ। ਇਹ ਭੁੰਦੜ ਸਾਹਿਬ ਨੂੰ ਮਾਫੀ ਦੇ ਕੇ ਤਸ਼ਤਰੀ 'ਚ ਕਾਰਜਕਾਰੀ ਜਥੇਦਾਰੀ ਲੈ ਕੇ ਤੇ ਅਕਾਲ ਤਖਤ ਸਾਹਿਬ ਤੇ ਆ ਗਿਆ। ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ ਦੀ ਗੱਲ ਕਰ ਰਹੇ ਹੋ ਤੁਸੀਂ। ਉਹ ਮਸਲਾ ਸਭ ਨੂੰ ਪਤਾ ਹੋਣਾ ਕਿ ਉਦੋਂ ਕੋਈ ਗਲਤੀ ਹੋਈ ਸੀ ਅਜਿਹੀ ਜਿਹਨੂੰ ਲੈ ਕੇ ਇਹਨਾਂ ਨੇ ਦਮਦਮਾ ਸਾਹਿਬ ਮਾਫੀ ਮੰਗੀ। ਇਹ ਉੱਥੋਂ ਹੀ ਐਂਟਰੀ ਹੋਈ ਹੈ? ਉੱਥੋਂ ਹੀ ਐਂਟਰੀਆਂ ਜੀ। ਇਹ ਤਾਂ ਈਮੇਲਾਂ ਤੇ ਮਾਫੀਆਂ ਦੇਣ ਵਾਲੇ ਕਾਰਜਕਾਰੀ ਨੇ। ਹੁਣ ਈਮੇਲ ਤੇ ਹੀ ਔਰ ਸਾਈਬਰ ਕ੍ਰਾਈਮ ਸਾਈਬਰ ਦੁਨੀਆ 'ਚ ਹੀ ਇਹਨੇ ਗਾਇਕ ਸਰਤਾਜ ਨੂੰ ਜਫਰਨਾਮਾ ਸਾਹਿਬ ਵਿੱਚ ਇੰਨੀਆਂ ਵੱਡੀਆਂ ਉਣਤਾਈਆਂ ਖੁਦ ਉਦੋਕੇ ਦੀ ਰਿਪੋਰਟ ਪਰਮਪਾਲ ਦੀ 35 ਮੈਂਬਰੀ ਕਥਿਤ ਤੌਰ ਤੇ ਜਿਹੜੀ ਸਲਾਹਕਾਰ ਕਮੇਟੀ ਹੈ ਉਹਦੀ ਰਿਪੋਰਟ ਵਿੱਚ ਮੰਨਿਆ ਜਾ ਰਿਹਾ ਕਿ ਕੁਤਾਹੀਆਂ ਹੋਈਆਂ ਤੇ ਫਿਰ ਵੀ ਕਹੀ ਜਾ ਰਿਹਾ ਕਿ ਅਸੀਂ ਮਾਫ ਕਰ ਦਿੱਤਾ। ਤੇ ਦੂਜੇ ਪਾਸੇ ਦੂਸਰਾ ਗਾਇਕ ਹੈ ਜਿਹਨੂੰ ਇਹਨਾਂ ਨੇ ਲਤਾੜ ਦਿੱਤਾ ਤੇ ਉਹਨੂੰ ਆਪਣੀ ਗਾਣਾ ਵੀ ਵਾਪਸ ਲਾਣਾ ਪਿਆ। ਰਣਜੀਤ ਬਾਵੇ ਦੀ ਗੱਲ ਕਰ ਰਹੇ। ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਦੁਨੀਆ ਸਭ ਜਾਣਦੀ ਹੈ, ਠੀਕ ਹੈ ਨਾ। ਤੇ ਦੂਜੇ ਮੈਂ ਕਿਉਂਕਿ ਮੈਂ ਗਾਇਕਾਂ ਦਾ ਸਮਰਥਨ ਕਰਦਾ ਹੀ ਨਹੀਂ, ਪਰ ਗਾਇਕਾਂ ਨੇ ਵੀ ਪੰਜਾਬ ਨੂੰ ਤੇ ਪੰਜਾਬ ਦੀ ਜਵਾਨੀ ਨੂੰ ਦੀ ਅਣਖ ਨੂੰ ਲਤਾੜ ਸੁੱਟਿਆ, ਗੁੰਮਰਾਹ ਪਾਇਆ। ਇਸ ਕਰਕੇ ਮੈਂ ਇਹਨਾਂ ਦੀ ਹਿਮਾਇਤ ਨਹੀਂ ਕਰਦਾ। ਪਰ ਕਿਉਂਕਿ ਸਰਤਾਜ ਨੇ ਜਫਰਨਾਮਾ ਸਾਹਿਬ ਗਲਤ ਗਾਇਆ, ਅਥੈਂਟਿਕ ਬਣਾ ਕੇ ਗਲਤ ਗਾਇਆ ਤੇ ਗਲਤੀ ਨੂੰ ਅਥੈਂਟਿਸਿਟੀ ਦੇਤੀ ਅਕਾਲ ਤਖਤ ਦੇ ਇਸ ਸੋ ਕਾਲਡ ਕਾਰਜਕਾਰੀ ਜਥੇਦਾਰ ਨੇ। ਦੋਨਾਂ ਦੀ ਕੁਤਾਹੀ ਹੈ। ਮੈਂ ਸਰਤਾਜ ਦੀ ਤਾਂ ਹੁਣ ਘੱਟ ਸਮਝਦਾ, ਕਾਰਜਕਾਰੀ ਜਥੇਦਾਰ ਦੀ ਵੱਧ ਕੁਤਾਹੀ ਹੈ। ਫਿਰ ਵੀ ਇਹਨੂੰ ਕਾਰਜਕਾਰੀ ਬਣਾਇਆ ਹੋਇਆ। ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਰੂਪਾਂ ਦੇ ਮਾਮਲੇ 'ਚ ਇਹਦਾ ਪੱਖ ਸਾਹਮਣੇ ਆ ਗਿਆ, ਫਿਰ ਵੀ ਇਹਨੂੰ ਕਾਰਜਕਾਰੀ ਬਣਾਇਆ ਹੋਇਆ। ਇਸ ਦਾ ਮਤਲਬ ਬੜਾ ਸਪਸ਼ਟ ਹੈ, ਬੜੀ ਸਪਸ਼ਟ ਸੋਚ ਹੈ ਕਿ ਜਿਹੜਾ ਵੀ ਬੰਦਾ ਗੁਰੂ ਗ੍ਰੰਥ, ਗੁਰੂ ਪੰਥ ਤੇ ਗੁਰਬਾਣੀ ਦੀ ਬੇਇੱਜ਼ਤੀ ਕਰਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬਾਦਲਾਂ ਦੇ ਅਧੀਨ ਚੱਲ ਰਹੀ ਹੈ, ਉਹ ਉਹਨਾਂ ਬੰਦਿਆਂ ਨੂੰ ਹਮੇਸ਼ਾ ਹੀ ਫਖਰੇ ਕੌਮ ਬਣਾ ਕੇ, ਕਾਰਜਕਾਰੀ ਜਥੇਦਾਰ ਬਣਾ ਕੇ ਸਿੱਖਾਂ ਤੇ ਸਿਰ ਤੇ ਬਾਂਧੀ ਰਹੇਗੀ। ਤੇ ਇਹ ਤਾਂ ਹੁਣ ਸਿੱਖ ਕੌਮ ਨੂੰ ਸੋਚਣਾ ਪੈਣਾ ਕਿ ਉਸਨੇ ਕਦੋਂ ਤੱਕ ਇਹੋ ਜਿਹੇ ਨਿਜ਼ਾਮ ਨੂੰ ਸਹਿਣਾ। ਅਤਿੰਦਰਪਾਲ ਸਿੰਘ ਜੀ, ਹੋਰ ਵੀ ਤਾਂ ਮਸਲੇ ਬੜੇ ਨੇ। ਜੇ ਯਾਦ ਕਰੀਏ ਆਪਾਂ ਕਿ ਬੇਅਦਬੀ ਵਾਲੇ ਮਸਲਿਆਂ 'ਚ ਵੀ ਜਿਹੜੇ 2015 ਦੇ ਉਹਦੇ ਵਿੱਚ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਤੇ ਨਾ ਹੀ ਇਹਨਾਂ ਨੇ ਸ਼੍ਰੋਮਣੀ ਕਮੇਟੀ ਤੋਂ ਹਿਸਾਬ ਮੰਗਿਆ ਕਿ ਜਿਹੜਾ ਤੁਸੀਂ ਜਦੋਂ ਰਾਮ ਰਹੀਮ ਨੂੰ ਮਾਫੀ ਹੋਈ ਸੀ ਉਹ ਵੀ ਤਾਂ ਮਸਲਾ ਚੱਲਦਾ, ਉਹ ਵੀ ਇਹਨਾਂ ਦੇ ਸਿਰ ਆਉਂਦਾ ਕਿ ਹੁਣ ਤੱਕ ਨਾ ਤਾਂ ਪੇਸ਼ੀ ਮੰਗੀ ਗਈ, ਭਾਈ ਆ ਕੇ ਇੱਥੇ ਹਿਸਾਬ ਦਿਓ ਵੀ ਤੁਸੀਂ ਕਿੱਦਾਂ ਉੱਥੇ ਅਖਬਾਰਾਂ 'ਚ ਇਸ਼ਤਿਹਾਰ ਦੇ ਦਿੱਤੇ। ਨਹੀਂ ਜੀ, ਮਸਲਾ ਤਾਂ 450 ਸਰੂਪਾਂ ਦਾ ਰਿਪੁਦਮਨ ਸਿੰਘ ਦਾ ਕੈਨੇਡਾ ਦਾ ਵੀ ਹੈਗਾ। ਇੱਥੇ 328 ਸਰੂਪ ਕਹੀ ਜਾਂਦੇ ਨੇ, ਜਿਹੜੇ 450 ਸਰੂਪ ਕੈਨੇਡਾ ਵਿੱਚ ਰਿਪੁਦਮਨ ਸਿੰਘ ਜਿਹੜੀ ਉਹਦੀ ਕਮੇਟੀ ਹੈਗੀ ਆ, ਜਿਹੜੀ ਉਹਨੇ ਖੁਰਦ-ਬੁਰਦ ਕਰ ਦਿੱਤੇ, ਉਹ ਬੱਸ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤਿਆਂ ਵਿੱਚੋਂ ਨਿਕਲ ਗਈ। ਮਸਲਾ ਇੱਕ ਅੱਧ ਨਹੀਂ, ਮਸਲੇ ਇਤਨੇ ਜ਼ਿਆਦਾ ਨੇ ਕਿ ਅਸੀਂ ਜੇ ਉਹਨਾਂ ਨੂੰ ਹੀ ਗਿਣਤੀ ਕਰੀਏ, ਆਡਿਟ ਕੋਹਲੀ ਦਾ ਆਡਿਟ, ਉਸ 'ਤੇ ਇਹਨੇ ਕੋਈ ਐਕਸ਼ਨ ਨਹੀਂ ਲਿਆ। ਰਿਪੁਦਮਨ ਸਿੰਘ ਤੇ ਐਕਸ਼ਨ ਨਹੀਂ ਲਿਆ। 450 ਬੀੜਾਂ ਤੇ ਬਿਲਕੁਲ ਮੂੰਹ 'ਚ ਘੁੰਗਣੀਆਂ ਪਾ ਕੇ ਬੈਠਾ। 328 ਬੀੜਾਂ ਨੂੰ ਖੁਦ ਮੰਨ ਗਿਆ ਕਿ ਖੁਰਦ-ਬੁਰਦ ਹੋਈਆਂ ਨੇ। ਫਿਰ ਉਸ ਤੋਂ ਬਾਅਦ ਇਹਨੇ ਇੱਕ ਵਾਰੀ ਵੀ ਕਾਰਜਕਾਰਨੀ ਨੂੰ, ਅਤਰਿੰਗ ਕਮੇਟੀ ਨੂੰ ਤੇ ਲੌਂਗੋਵਾਲ ਨੂੰ ਤਲਬ ਕਰਨਾ ਬਣਦਾ ਸੀ ਕਿ ਤੂੰ ਅਕਾਲ ਤਖਤ ਸਾਹਿਬ ਦੇ ਫੈਸਲੇ ਦੇ ਤੇ ਭਾਈ ਈਸ਼ਰ ਸਿੰਘ ਦੀ ਰਿਪੋਰਟ ਦੇ ਉਲਟ ਕਿਵੇਂ ਚਲਾ ਗਿਆ। ਅਕਾਲ ਤਖਤ ਸਾਹਿਬ ਕੋਲ ਇੰਨੀ ਅਥਾਰਟੀ ਹੈ, ਇਹਨੇ ਉਹਨਾਂ ਨੂੰ ਤਲਬ ਨਹੀਂ ਕੀਤਾ। ਉਹਨਾਂ ਦੇ ਨਾਲ ਤਾਂ ਮੀਟਿੰਗਾਂ ਚੱਲ ਰਹੀਆਂ ਇਹਨਾਂ ਦੀਆਂ ਨਾ। ਇੱਕ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਉਹਨਾਂ ਨਾਲ ਸਾਡੀ ਗੱਲ ਹੋਈ ਸੀ। ਉਹ ਕਹਿੰਦੇ ਵੀ ਜਿਹੜਾ ਕੈਨੇਡਾ ਦੇ ਵਿੱਚ ਸਰੂਪ ਛਾਪੇ ਗਏ, ਕਹਿੰਦੇ ਡਾਕਟਰ ਰੂਪ ਸਿੰਘ ਉੱਥੇ ਲੈ ਕੇ ਗਏ ਸੀ, ਜਿਹੜੇ ਮੁੱਖ ਸਕੱਤਰ ਦੇ ਉਹਦੇ ਤੋਂ ਅਸਤੀਫਾ ਦੇ ਚੁੱਕੇ ਨੇ। ਡਾਕਟਰ ਰੂਪ ਸਿੰਘ ਕਹਿੰਦੇ ਕਿ ਮੇਰੇ ਤੇ ਇਲਜ਼ਾਮ ਮੜੇ ਜਾ ਰਹੇ ਨੇ, ਇਹੋ ਜਿਹਾ ਕੁਝ ਨਹੀਂ। ਦੇਖੋ, ਇਹ ਤਾਂ ਇੱਕ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ, ਮੈਂ ਹੁਣ ਫੇਰ ਕਹਿ ਰਿਹਾ, ਤੁਹਾਡੇ ਚੈਨਲ ਰਾਹੀਂ ਵੀ ਮੈਂ ਕਹਿ ਰਿਹਾ ਕਿ ਸਿੱਖ ਸਮਾਜ ਵੀ ਅੰਦਰ ਬਹੁਤ ਵੱਡੇ ਵੱਡੇ ਸੁਹਿਰਦ IPS ਪੁਲਿਸ ਅਧਿਕਾਰੀ ਨੇ
ਮਿਲਟਰੀ ਅਫਸਰ ਨੇ, CRPF ਦੇ ਵੀ ਅਫਸਰ ਨੇ, ਰਿਟਾਇਰਡ ਅਫਸਰ, ਜਿਨ੍ਹਾਂ ਨੇ ਬੜੇ ਵੱਡੇ ਅਹੁਦਿਆਂ ਤੇ ਦੇਸ਼ ਲਈ ਬੜੇ ਵੱਡੇ ਮਸਲੇ ਸਾਲਵ ਕਰਕੇ ਦਿੱਤੇ ਨੇ। ਉਹ ਅੰਮ੍ਰਿਤਧਾਰੀ ਵੀ ਨੇ। ਉਹਨਾਂ ਦਾ ਸਿੱਖੀ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੁੱਟ ਵਿਸ਼ਵਾਸ ਵੀ ਹੈ। ਇਹਨਾਂ ਨਾਲੋਂ ਜ਼ਿਆਦਾ ਉਹ ਡਰਦੇ ਨੇ। ਉਹ ਅਜੇ 5 ਅਫਸਰਾਂ ਦੇ ਅਧੀਨ ਇਹ ਸਮੁੱਚੇ ਮਾਮਲੇ ਕਰ ਦਿੱਤੇ ਜਾਣ ਤੇ ਉਹਨਾਂ ਨੂੰ ਫ੍ਰੀ ਹੈਂਡ ਦੇ ਦਿੱਤਾ ਜਾਏ, ਤੇ ਜਿਹੜੀ ਟਾਸਕ ਫੋਰਸ ਹੈ ਸਿੱਖਾਂ ਦੇ ਸਿਰ ਪਾਲਣ ਤੇ ਲਾਈ ਹੋਈ ਹੈ, ਉਹ ਟਾਸਕ ਫੋਰਸ ਉਹਨੂੰ ਦੇ ਦਿੱਤੀ ਜਾਏ ਤੇ ਸਟੇਟ ਨੂੰ ਕਹਿ ਦਿੱਤਾ ਜਾਏ ਬਈ ਇਹ ਸਿੱਖਾਂ ਦਾ ਅੰਦਰੂਨੀ ਮਸਲਾ, ਇਹ ਜਿਹਨੂੰ ਮਰਜ਼ੀ, ਜਿਵੇਂ ਪੁਲਿਸ ਐਕਟ ਦੇ ਅਧੀਨ ਕਾਰਵਾਈ ਹੁੰਦੀ ਹੈ, ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਪੁਲਿਸ ਐਕਟ ਦੇ ਅਧੀਨ ਹੀ ਜਿਵੇਂ ਪੁਲਿਸ ਸਾਰੀ ਕਾਰਵਾਈ ਕਰਦੀ ਹੈ ਉਵੇਂ ਆ ਕਾਰਵਾਈ ਕਰਨਗੇ। ਸਟੇਟ ਦਖਲ ਨਾ ਦੇ, ਮਸਲਾ ਇੱਕ ਹਫ਼ਤੇ ਹੀ ਸਾਲਵ ਹੋ ਜਾਂਦਾ। ਤੁਹਾਨੂੰ ਨਹੀਂ ਲੱਗਦਾ ਇਹਦੇ ਨਾਲ ਕਿਤੇ ਨਾ ਕਿਤੇ ਜਿਵੇਂ ਸਵਾਲ ਉੱਠਦੇ ਨੇ ਕਿ ਟਾਸਕ ਫੋਰਸ ਨੇ ਜੋ ਕੁਝ ਕੀਤਾ, ਜਥੇਦਾਰ ਸਾਹਿਬ ਦੀ ਚੁੱਪ ਤੇ ਵੀ ਸਵਾਲ ਉੱਠਦੇ ਨੇ ਕਿ ਇਹਦੇ ਤੇ ਕਿਉਂ ਨਹੀਂ ਬੋਲਿਆ ਗਿਆ? ਵੀਰ ਜੀ, ਮੈਂ ਬੜਾ ਸਪਸ਼ਟ ਹੈਗਾ ਕਿ ਜਿਵੇਂ ਸਟੇਟ ਨੇ ਟੈਰੋਰਿਜ਼ਮ ਪੈਦਾ ਕਰਨ ਵਾਸਤੇ KPS ਗਿੱਲ, ਉਮਰਾ ਨੰਗਲ, ਸੈਣੀ ਤੇ ਅਜੀਤ ਸਿੰਘ ਤੇ ਗਰੇਵਾਲ ਵਰਗੇ, ਆਲਮ ਵਰਗੇ ਬੜੇ ਬੰਦੇ ਪੈਦਾ ਕੀਤੇ, ਠੀਕ ਹੈ ਨਾ ਜੀ, ਉਵੇਂ ਹੀ ਬਾਦਲਾਂ ਨੇ ਅਕਾਲੀ ਦਲ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਟਾਸਕ ਫੋਰਸ ਬਣਾ ਕੇ ਸਿੱਖੀ ਵਿੱਚ ਟੈਰੋਰਿਜ਼ਮ ਪੈਦਾ ਕਰਨ ਵਾਸਤੇ ਇੱਕ ਸੱਤਾ ਦੇ ਅਧੀਨ ਬੈਨਰ ਧਰਮ ਤੇ ਅਕਾਲੀ ਬੈਨਰ ਦੇ ਹੇਠਾਂ ਅੱਤਵਾਦੀ ਪੈਦਾ ਕਰ ਦਿੱਤੇ ਨੇ। ਇਹ ਤਾਂ ਸਿੱਖਾਂ ਨੂੰ ਸੋਚਣਾ ਪੈਣਾ। ਟਾਸਕ ਫੋਰਸ ਨੂੰ ਤੁਸੀਂ ਕਹਿ ਰਹੇ ਹੋ ਕਿ ਇਸ ਤਰ੍ਹਾਂ ਦੀ? ਬਿਲਕੁਲ ਸਪਸ਼ਟ ਕਹਿ ਰਿਹਾ ਮੈਂ। ਪਰ ਉੱਥੇ ਜੋ ਕੁਝ ਹੋਇਆ ਦਰਬਾਰ ਸਾਹਿਬ ਤੁਸੀਂ ਦੇਖਿਆ, ਗੱਲ ਤਾਂ ਇਹ ਨਾ ਉੱਥੇ ਇਹ ਵੀ ਕਿਹਾ ਜਾ ਰਿਹਾ ਕਿ ਕੁਝ ਲੋਕ ਇਹੋ ਜਿਹੇ ਸੀ ਜਿਨ੍ਹਾਂ ਨੇ ਵਿੱਚ ਰਹਿ ਕੇ ਉੱਥੇ ਭੜਕਾਟ ਪੈਦਾ ਕੀਤੀ, ਉੱਥੇ ਮਾਹੌਲ ਇੱਦਾਂ ਦਾ ਬਣਾ ਦਿੱਤਾ ਗਿਆ ਕਿ ਆਪਸ ਵਿੱਚ ਤਕਰਾਰ ਹੋਇਆ। ਇੱਕ ਨਿਹੰਗ ਸਿੰਘ ਦੇ ਨਾਲ ਤੁਸੀਂ ਦੇਖਿਆ ਕਿਵੇਂ ਧੱਕੇਸ਼ਾਹੀ ਕੀਤੀ ਗਈ। ਦੇਖੋ, ਉਸ ਮੁੱਦੇ ਤੇ ਮੈਂ ਹਾਲੇ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ ਕਿਉਂਕਿ ਗੱਲ ਚੱਲ ਰਹੀ ਹੈ ਬੜੇ ਗੰਭੀਰ ਮੁੱਦੇ ਤੇ ਹੈ, ਕਿਉਂਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜਿਹੜਾ ਕਿ ਗੁਰੂ ਕੀ ਗੋਲਕ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧੀਨ ਚੱਲਦਾ। ਜਦ ਅਸੀਂ ਗੱਲ ਉਸ ਤੋਂ ਸ਼ੁਰੂ ਕੀਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਗੱਲ ਹੈ ਤੇ ਉਸ ਨੂੰ ਇੰਨੇ ਪੱਖਾਂ 'ਚ ਮੈਂ ਰੋਲਣਾ ਨਹੀਂ ਚਾਹੁੰਦਾ। ਮੈਂ ਉੱਥੋਂ ਤੱਕ ਸੀਮਤ ਰਹਿਣਾ ਚਾਹੁੰਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਘੋਰ ਬੇਅਦਬੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 2014 ਤੋਂ ਲੈ ਕੇ ਵਰਤਮਾਨ ਤੱਕ ਦੀਆਂ ਅੰਤਰਿਮ ਕਮੇਟੀਆਂ ਨੇ ਕੀਤੀ, ਪ੍ਰਧਾਨਾਂ ਨੇ ਕੀਤੀ, ਮੁਲਾਜ਼ਮਾਂ ਨੇ ਕੀਤੀ, ਸਾਰੇ ਸਕੱਤਰਾਂ ਤੇ ਚੀਫ ਸਕੱਤਰਾਂ ਨੇ ਕੀਤੀ, ਆਡੀਟਰ ਨੇ ਕੀਤੀ, ਸਿੰਘ ਸਾਹਿਬਾਨਾਂ ਨੇ ਕੀਤੀ। ਮੈਂ ਬੜੇ ਮੁੱਦੇ ਤੁਹਾਨੂੰ ਗੰਭੀਰ ਗਿਣਾ ਰਿਹਾ। 6 ਸਿੰਘ ਸਾਹਿਬਾਨ, ਉਸ ਤੋਂ ਇਲਾਵਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਵੀ ਮੁਲਜ਼ਮ ਨੇ। ਉਹ ਕੀ ਉਹਨਾਂ ਦੀ ਉਂਝ ਉਹ ਕਹਿੰਦੇ ਨੇ ਅਸੀਂ ਹੈੱਡ ਗ੍ਰੰਥੀ ਹਾਂ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਦਰਬਾਰ ਸਾਹਿਬ ਅੰਦਰ ਕਮੇਟੀ ਦੇ ਅੰਦਰ SGPC 'ਚ ਇੰਨਾ ਕੁਛ ਹੋਇਆ, ਉਦੋਂ ਹੈੱਡ ਗ੍ਰੰਥੀ ਨਹੀਂ ਹੈਗੇ। ਫਿਰ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਵੀ ਹੈੱਡ ਗ੍ਰੰਥੀ ਹੈਗਾ, ਜਿਸ ਤੋਂ ਬਿਨਾਂ ਦਰਜ ਕੀਤੇ ਕੋਈ ਵੀ ਬੀੜ ਸਾਹਿਬ ਬਾਹਰ ਨਹੀਂ ਜਾ ਸਕਦੀ। ਅੱਜ ਵੀ ਤੁਸੀਂ ਚਾਹੇ ਦੁੱਖ ਨਿਵਾਰਨ ਸਾਹਿਬ ਵੀ ਕਿਸੇ ਗੁਰਦੁਆਰਾ ਸਾਹਿਬ ਲਈ ਜਾਂ ਆਪਣੇ ਪਰਿਵਾਰ ਲਈ ਬੀੜ ਸਾਹਿਬ ਲੈਣ ਜਾਓ, ਸ੍ਰੀ ਦੁੱਖ ਨਿਵਾਰਨ ਸਾਹਿਬ ਦਾ ਵੀ ਹੈੱਡ ਗ੍ਰੰਥੀ ਸਾਹਿਬ ਖੁਦ ਇੰਦਰਾਜ ਕਰਨਗੇ ਰਜਿਸਟਰ ਵਿੱਚ। ਤੁਹਾਨੂੰ ਕਹਿਣਗੇ ਸੱਤ ਸਿੰਘ ਅੰਮ੍ਰਿਤਧਾਰੀ ਲੈ ਕੇ ਆਓ, ਨਿਯਮ ਦੱਸਣਗੇ, ਤੁਹਾਡਾ ਐਡਰੈਸ ਲੈਣਗੇ, ਫੋਟੋ ਲੈਣਗੇ, ਸਾਰਾ ਪ੍ਰਬੰਧ ਦੇਖਣਗੇ, ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਸਦੀਕ ਕਰਨ ਤੋਂ ਬਾਅਦ ਦਿੱਤੀ ਜਾਏਗੀ। ਇਹ ਵੀ ਦੇਖਿਆ ਜਾਂਦਾ ਕਿ ਸਿਫਾਰਿਸ਼ ਕਿਹਨੇ ਕੀਤੀ, ਕਿਉਂਕਿ ਉਂਗਲਾਂ ਇਹ ਵੀ ਉੱਠਦੀਆਂ ਕਿ ਕੋਈ ਉੱਪਰੋਂ ਸਿਫਾਰਿਸ਼ਾਂ ਹੁੰਦੀਆਂ, ਇਦਾਂ ਸਰੂਪ ਨਹੀਂ ਦਿੱਤੇ ਜਾਂਦੇ। ਨਹੀਂ ਜੀ, ਲਾਜ਼ਮੀ ਤੌਰ ਤੇ ਵਿਧਾਨ ਨੀਅਤ ਹੈ SGPC ਦਾ। ਮੈਂ ਉਹ ਨਿਜ਼ਾਮ ਦੱਸ ਰਿਹਾ ਤੁਹਾਨੂੰ। ਇਹੀ ਨਿਜ਼ਾਮ ਜਿਹੜਾ ਦੁੱਖ ਨਿਵਾਰਨ ਸਾਹਿਬ ਵਿੱਚ ਲਾਗੂ ਹੈ, ਸਾਰੇ ਗੁਰਦੁਆਰਿਆਂ ਵਿੱਚੋਂ ਹੀ ਇਤਿਹਾਸਕ ਲਾਗੂ ਹੈ, ਜਿੱਥੋਂ ਵੀ ਭੀੜ ਲੈ ਕੇ ਜਾਣੀ ਹੈ। ਉਹੀ ਨਿਜ਼ਾਮ ਸ੍ਰੀ ਰਾਮਸਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਵੀ। ਸ੍ਰੀ ਰਾਮਸਰ ਸਾਹਿਬ ਗੁਰਦੁਆਰਾ ਸਾਹਿਬ ਹੈ ਸਾਡਾ, ਉਸ ਕੱਲੀ ਪ੍ਰਿੰਟਿੰਗ ਪ੍ਰੈਸ ਨਹੀਂ ਹੈ। ਮੁੱਦੇ ਹੀ ਬੜੇ ਸਾਡੇ ਬਿਖੇਰ ਦਿੱਤੇ ਗਏ ਨੇ, ਸਿੱਖਾਂ ਨੂੰ ਘੋਰ ਅੰਧਕਾਰ ਵਿੱਚ ਪਾ ਕੇ ਬਿਖਰੇਵੀਆਂ ਵਿੱਚ ਪੈਦਾ ਕੀਤਾ ਜਾ ਰਿਹਾ। ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਹੈ, ਉੱਥੇ ਹੈੱਡ ਗ੍ਰੰਥੀ ਹੈ, ਉਸ ਨੇ ਇੰਦਰਾਜ ਕਰਕੇ ਭੀੜ ਦੇਣੀ ਹੈ। ਇਸ ਤੇ ਬਾਕੀਆਂ ਦੀ ਤੇ ਸਿਫਾਰਿਸ਼ ਹੈ ਤੇ SGPC ਦੇ ਮੈਂਬਰ ਦੀ ਵੀ ਸਿਫਾਰਿਸ਼ ਤੋਂ ਬਿਨਾਂ
ਜੇ ਇਹ ਕਹਿੰਦੇ ਨੇ ਕਿ ਗੁਰਦੁਆਰਿਆਂ ਤੋਂ ਬੀੜ ਗੁਰਦੁਆਰਿਆਂ ਨੂੰ ਜਾਂ ਸੰਗਤਾਂ ਨੂੰ ਦਿੱਤੀ ਗਈ, ਉਹਨਾਂ ਦੇ ਵੀ ਨਾਂ ਦਰਜ ਹੋਣੇ ਚਾਹੀਦੇ ਨੇ, ਦੱਸਣ। ਤੇ ਮੈਂ ਤਾਂ ਖਾਲਸਾ ਪੰਥ ਨੂੰ ਵੀ ਕਹਾਂਗਾ, ਇੰਨੀ ਚੁੱਪੀ ਨਾ ਧਾਰੋ। ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲੌਂਗੋਵਾਲ ਕਹਿੰਦਾ ਕਿ ਸੰਗਤਾਂ ਨੂੰ ਬੀੜਾਂ ਦਿੱਤੀਆਂ ਗਈਆਂ, ਸਮੁੱਚੇ ਖਾਲਸਾ ਪੰਥ ਨੂੰ ਜਿਹੜੀ ਸੰਗਤ ਵੀ ਬੀੜ ਲੈ ਕੇ ਗਈ ਹੈ, ਐਲਾਨੀਆ ਤੌਰ ਤੇ ਇੱਕ ਹਫ਼ਤੇ 'ਚ ਆਪਣਾ ਪ੍ਰੈਸ ਮੀਡੀਆ ਰਾਹੀਂ ਸਾਈਬਰ ਦੁਨੀਆ ਤੇ ਨੈੱਟ ਤੇ ਜਾ ਕੇ ਫੇਸਬੁੱਕ ਤੇ WhatsApp ਸਾਰੇ ਬੰਦੇ ਇਸਤੇਮਾਲ ਕਰ ਰਹੇ ਨੇ, ਆ ਕੇ ਬਿਆਨ ਦੇਣਾ ਚਾਹੀਦਾ ਕਿ ਹਾਂ ਜੀ ਅਸੀਂ ਲੈ ਕੇ ਆਏ ਸੀ ਬੀੜ, ਸਾਹਮਣੇ ਆਣ। ਬਿਲਕੁਲ, ਇਹ ਨਾ ਹੋਵੇ ਕਿ ਮਾਮਲਾ ਰੋਲ ਦਿੱਤਾ ਜਾਵੇ, ਸੰਗਤ ਸਿਰ ਮੜ ਦਿੱਤਾ ਜਾਵੇ। ਇਸ ਮਾਮਲਾ ਸੰਗਤ ਸਿਰ ਪਾ ਕੇ ਰੋਲਦੇ ਪਏ ਨੇ, ਤੇ ਮੈਂ ਸੰਗਤ ਨੂੰ ਹੀ ਅਪੀਲ ਕਰਨਾ ਚਾਹੁੰਦਾ ਕਿ ਸੰਗਤ ਹੁਣ ਸਾਹਮਣੇ ਆ ਜਾਏ। ਇੱਕ ਹਫ਼ਤਾ ਦਾ ਮੈਂ ਟਾਈਮ ਦੇਣਾ ਚਾਹੁੰਦਾ, ਇੱਕ ਹਫ਼ਤੇ ਹੀ ਸੰਗਤ ਦੱਸੇ ਕਿ ਹਾਂ ਕੋਈ ਬੀੜ ਲੈ ਕੇ ਗਿਆ, ਬੀੜ ਸਾਹਿਬ ਲੈ ਕੇ ਗਏ ਆ ਕਿ ਨਹੀਂ ਲੈ ਕੇ ਗਏ। ਜੇ ਲੈ ਕੇ ਗਏ ਨੇ ਤਾਂ ਕਿਹਦੀ ਸਿਫਾਰਿਸ਼ ਤੇ ਲੈ ਕੇ ਗਏ ਨੇ, ਮਾਮਲਾ ਉਸੇ ਵੇਲੇ ਸਾਹਮਣੇ ਸਾਫ਼ ਆ ਜਾਂਦਾ। ਇਸ ਲਈ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਨੂੰ ਚਾਹੀਦਾ ਸੀ ਕਿ ਹੁਣ ਸੰਗਤ ਨੂੰ ਕਹਿੰਦੇ ਕਿ ਬਈ ਆ ਕੇ ਦਰਜ ਕਰਾਓ ਅਕਾਲ ਤਖ਼ਤ ਸਾਹਿਬ ਤੇ ਕਿਹੜੇ ਕਿਹੜੇ ਬੰਦੇ ਬੀੜ ਲੈ ਕੇ ਗਏ। ਅਕਾਲ ਤਖ਼ਤ ਦਾ ਕਾਰਜਕਾਰੀ ਜਥੇਦਾਰ ਆਪ ਭਗੌੜਾ ਹੋ ਗਿਆ, ਪੰਜੋ ਸਿੰਘ ਸਾਹਿਬਾਨ ਆਪ ਭਗੌੜੇ ਹੋ ਗਏ। ਇਹ ਤਾਂ ਆਪ ਗੁਨਾਹਗਾਰ ਨੇ, ਤੇ ਗੁਨਾਹਗਾਰ ਨਾਲ ਰਲ ਗਿਆ। ਔਰ ਬਾਕੀ ਸਾਰੇ ਗੁਨਾਹਗਾਰਾਂ ਨੂੰ ਇਹਨਾਂ ਨੇ ਇਸ ਲਈ ਉਹਨਾਂ ਦੀ ਤਾਜਪੋਸ਼ੀ ਕਰ ਦਿੱਤੀ ਹੈ। ਤਾਜਪੋਸ਼ੀ ਕਿਸ ਲਈ ਕੀਤੀ ਹੈ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਪਰਿਵਾਰ ਹੇਠਾਂ ਕਾਨ ਇਸ ਕਦਰ ਕਰ ਦਿੱਤਾ ਗਿਆ ਹੈ ਕਿ ਜਿੰਨੇ ਵੀ 2 ਨੰਬਰੀਏ ਨੇ, 10 ਨੰਬਰੀਏ ਨੇ, ਚੋਰ ਨੇ, ਪੰਥ ਨਾਲ ਗੁਨਾਹ ਕਰਨ ਵਾਲੇ ਨੇ, ਹੋਰ ਗੁਨਾਹ ਕਰਨ ਵਾਲੇ ਨੇ, ਚਿੱਟੇ ਵੰਡਣ ਵਾਲੇ ਨੇ, ਸਮਾਜ ਵਿੱਚ ਹੋਰ ਕੁਰੀਤੀਆਂ ਪੈਦਾ ਕਰਨ ਵਾਲੇ ਨੇ, ਇਹਨਾਂ ਸਾਰਿਆਂ ਦੇ ਕਾਕਸ ਰਾਹੀਂ ਅਕਾਲੀ ਦਲ ਧਰਮ ਅਤੇ ਪਾਰਟੀ ਚਲਾ ਰਿਹਾ। ਤੇ ਇਸ ਲਈ ਉਹਨਾਂ ਨੇ ਕਹਿ ਦਿੱਤਾ ਵੀ ਇਹਨਾਂ ਸਾਰਿਆਂ ਨੂੰ ਵੀ ਮਾਫ ਕਰ ਦਿਓ। ਤੇ ਉਹਨਾਂ ਸਾਰਿਆਂ ਨੂੰ ਵੀ ਉਹਨੂੰ ਇੰਟਰਸਟ ਇਹ ਹੋ ਗਿਆ ਕਿ ਵੀ ਸਾਡਾ ਸੁਪਰੀਮੋ ਉਹ ਜਿਹਾ, ਉਹਨਾਂ ਨੇ ਸਾਰਿਆਂ ਨੂੰ ਮਾਫ ਕਰਨਾ। ਅੱਜ ਚੁੱਪ ਕਰਕੇ ਬੈਠੋ, ਕੱਲ ਫਿਰ ਸਾਨੂੰ ਇਸ ਦੇ ਇਵਜ ਵਿੱਚ ਕੋਈ ਨਾ ਕੋਈ ਅਹੁਦਾ ਮਿਲ ਜਾਏਗਾ। ਜਿਹੜੇ ਅਕਸ ਨੂੰ ਸੁਧਾਰਨ ਦੇ ਲਈ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਸੇ, ਗਿਆਨੀ ਗੁਰਬਚਨ ਸਿੰਘ ਨੂੰ ਪਾਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਆਂਦਾ ਸੀਗਾ, ਉਹ ਅਕਸ ਫੇਰ ਤੋਂ ਉਹ ਉੱਥੇ ਦਾ ਉੱਥੇ ਹੀ ਖੜਿਆ, ਉਹ ਹੋਰ ਵਿਗੜਦਾ ਜਾ ਰਿਹਾ, ਹੋਰ ਉਲਝਦਾ ਜਾ ਰਿਹਾ। ਇਹੀ ਆਪਾਂ ਸਮਝੀਏ ਸਭ ਤੋਂ। ਨਹੀਂ, ਸਿਰਫ ਇੰਨੀ ਗੱਲ ਨਹੀਂ ਹੈ ਜੀ, ਗੱਲ ਇਸ ਤੋਂ ਹੀ ਵੱਡੀ ਹੈ। ਗਿਆਨੀ ਗੁਰਬਚਨ ਸਿੰਘ ਜੀ ਨੂੰ ਅਕਸ ਸੁਧਾਰਨ ਲਈ ਇਹਨਾਂ ਨੇ ਪਾਸੇ ਨਹੀਂ ਸੀ ਕੀਤਾ, ਕੌਮ ਦਾ ਧਿਆਨ ਵੰਡਾਉਣ ਲਈ ਪਾਸੇ ਕੀਤਾ ਸੀ। ਅਕਸ ਸੁਧਾਰਨਾ ਤਾਂ ਇਹਨਾਂ ਦੇ ਏਜੰਡੇ ਤੇ ਹੈ ਹੀ ਨਹੀਂ। ਜੇ ਅਕਸ ਸੁਧਾਰਨਾ ਹੁੰਦਾ ਤੇ ਗਿਆਨੀ ਹਰਪ੍ਰੀਤ ਸਿੰਘ ਵਰਗਾ ਕਾਰਜਕਾਰੀ ਨਿਜ਼ਾਮ ਸਾਹਮਣੇ ਆਂਦਾ, ਫਿਰ ਤਾਂ ਫੁੱਲ ਫਲੈਜ ਜਥੇਦਾਰ ਆਂਦਾ। ਇੱਕ ਸਟੇਟ ਵਿੱਚ ਵੀ ਇੱਕ ਗਵਰਨਰ ਦੀ ਜੇ ਡੈਥ ਹੋ ਜਾਏ, ਜਾਂ ਗਵਰਨਰ ਵੀ ਇਸਤੀਫਾ ਦੇ ਜਾਏ, ਜਾਂ ਮੁੱਖ ਮੰਤਰੀ ਵੀ ਇਸਤੀਫਾ ਦੇ ਜਾਏ, ਤੇ ਕਾਰਜਕਾਰੀ ਨਿਜ਼ਾਮ ਭਾਰਤ ਦੇ ਸੰਵਿਧਾਨ ਅੰਦਰ ਵੀ ਹਫ਼ਤਾ ਚੱਲਦਾ, ਹਫ਼ਤੇ ਤੋਂ ਵੱਧ ਨਹੀਂ ਚੱਲਦਾ। ਕਨਸਟੀਟਿਊਸ਼ਨ ਔਰ ਨਿਯਮ ਇਸ ਦੀ ਇਜਾਜ਼ਤ ਨਹੀਂ ਦਿੰਦੇ, ਤੇ ਸਾਡੇ ਸਿੱਖਾਂ ਵਿੱਚ ਕੋਈ ਪੁੱਛ ਪੜਤਾਲ ਹੀ ਨਹੀਂ ਹੈਗੀ। ਇਹ ਤਾਂ ਹਰ ਚੀਜ਼ ਦਾ ਧਿਆਨ ਵੰਡਾਉਣ ਵਾਸਤੇ ਕਾਰਵਾਈਆਂ ਹੋ ਰਹੀਆਂ ਨੇ। ਕਿਤੇ ਉਹ ਤਾਂ ਨਹੀਂ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਕਿ ਜਥੇਦਾਰਾਂ ਨੂੰ ਘਰ ਸੱਦ ਕੇ ਉੱਥੇ ਕਿਹਾ ਜਾਂਦਾ ਹੈ ਕਿ ਉੱਥੇ ਮਾਫੀਆਂ ਜਿਹੜੀਆਂ ਦਿੱਤੀਆਂ ਗਈਆਂ ਰਾਮ ਰਹੀਮ ਨੂੰ, ਕੁਝ ਇਹੋ ਜਿਹਾ ਸਿਲਸਿਲਾ ਤਾਂ ਨਹੀਂ ਚੱਲ ਰਿਹਾ ਕਿ ਉਹਨਾਂ ਬੰਦਿਆਂ ਨੂੰ ਜਿਹੜੇ ਖਾਸ ਨੇ ਉਹਨਾਂ ਨੂੰ ਬਖਸ਼ ਦਿੱਤਾ ਜਾਵੇ, ਜਿਹੜੇ ਨਿੱਕੇ ਮੋਟੇ ਨੇ ਉਹਨਾਂ ਨੂੰ ਟੰਗ ਦਿਓ ਤੇ ਸਾਰਾ ਇਲਜ਼ਾਮ ਉਹਨਾਂ ਦੇ ਸਿਰ ਤੇ ਮੜ ਦਿਓ। ਤੇ ਉਸ ਵਿਚਾਲੇ ਜਿੱਥੇ ਆਪਾਂ ਕਾਰਜਕਾਰੀ ਜਥੇਦਾਰ ਦੀ ਕਾਰਗੁਜ਼ਾਰੀ ਨੂੰ ਦੇਖਦੇ ਆ ਕਿ ਉਹ ਕੋਈ ਖੁੱਲ੍ਹ ਕੇ ਫੈਸਲਾ ਸਾਹਮਣੇ ਨਹੀਂ ਲੈ ਰਹੇ, ਜਿਹੜੀਆਂ ਗੱਲਾਂ ਉਹਨਾਂ ਦੇ ਅਕਸ ਜਿੱਦਾਂ ਦਾ ਉਹਨਾਂ ਨੇ ਆਪਣਾ ਬਣਾਇਆ ਲੋਕਾਂ ਦੇ ਵਿੱਚ, ਹੁਣ ਲੋਕ ਸਵਾਲ ਚੁੱਕਦੇ ਨੇ ਕਿ ਜਥੇਦਾਰ ਸਾਹਿਬ ਆਖਿਰਕਾਰ ਚੁੱਪ ਕਿਉਂ ਨੇ? ਜੇ ਕਿਸੇ ਨੂੰ ਛੇਕਣਾ ਹੈ ਤਾਂ ਮਿੰਟ ਲਾਉਂਦੇ ਨੇ, ਜਾਂ ਅੰਦਰ ਖਾਤੇ ਜਿਹੜਾ ਜੇ ਕਿਸੇ ਦੀ ਐਂਟਰੀ ਕਰਾਉਣੀ ਹੈ ਵਾਪਸੀ, ਉੱਥੇ ਵੀ ਮਿੰਟ ਲਾਉਂਦੇ ਨੇ, ਕੋਈ ਨਾ ਕੋਈ ਇਹੋ ਜਿਹੀ ਗੇਮ ਘੜੀ ਜਾਂਦੀ ਹੈ, ਉਹ ਸਾਹਮਣੇ ਆ ਜਾਂਦੀ ਹੈ, ਭਾਂਡਾ ਫਿਰ ਫੁੱਟ ਜਾਂਦਾ। ਦੇਖੋ ਜੀ, ਪੁੱਛਣ ਵਾਲੀ ਗੱਲ ਤਾਂ ਸੀ, ਮੈਂ ਗਿਆਨੀ ਈਸ਼ਰ ਸਿੰਘ ਜੀ ਨੂੰ ਹੀ ਪੁੱਛਦਾ ਜਿਨ੍ਹਾਂ ਨੇ ਰਿਪੋਰਟ ਤਿਆਰ ਕੀਤੀ। ਕਾਰਜਕਾਰੀ ਜਥੇਦਾਰ ਨੂੰ ਤੇ ਮੈਂ ਮਾਨਤਾ ਹੀ ਨਹੀਂ ਦਿੰਦਾ, ਇਸ ਲਈ ਉਹਨੂੰ ਪੁੱਛਣ ਦੀ ਲੋੜ ਹੀ ਨਹੀਂ ਹੈਗੀ। ਜਿਹੜਾ ਬੰਦਾ ਧੁਰ ਵਿਕ ਕੇ ਹੀ ਆਇਆ, ਔਰ ਆਇਆ ਹੀ ਐਸੇ ਕੰਮ ਲਈ ਹੈ ਕਿ ਵੀ ਮੈਂ ਤਾਂ ਤੁਸੀਂ ਮੈਨੂੰ ਇਹ ਨਿਜ਼ਾਮ ਉਹ ਸਥਾਪਿਤ ਕੀਤਾ ਗਿਆ, ਤੂੰ ਮੈਨੂੰ ਮੁੱਲਾ ਕਹਿ, ਮੈਂ ਤੈਨੂੰ ਹਾਜੀ ਕਹਾਂਗਾ। ਚੋਰ ਨਾਲ ਚੋਰ ਰਲ ਗਿਆ, ਠੀਕ ਆ ਨਾ ਜੀ। ਤੇ ਇਸ ਕਰਕੇ ਉਸ ਤੇ ਮੈਂ ਉਹਨੂੰ ਤੇ ਕਿਸੇ ਲੈਵਲ ਤੇ ਮੈਂ ਮਾਨਤਾ ਦੇਣਾ ਹੀ ਨਹੀਂ ਚਾਹੁੰਦਾ। ਪਰ ਸੈਕਟੇਰੀਏਟ ਹੈਗਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ, ਠੀਕ ਆ ਨਾ ਜੀ। ਹੁਣ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਇੱਕ ਬੜੀ ਵੱਡੀ ਗੰਭੀਰ ਗੱਲ ਹੋਰ ਕਰਨ ਲੱਗਾ, ਤਾਂ ਮੈਂ ਕਿਹਾ ਕਿ ਵੀ ਇਹ ਛੋਟੇ ਮੁੱਦਿਆਂ ਨੂੰ ਹਲੇ ਵਿੱਚ ਨਾ ਵਾੜੋ। ਗੰਭੀਰ ਗੱਲ ਹੈ ਜੇ ਕਿ ਜਿਹਦਾ ਨੂੰ ਕਾਰਜਕਾਰੀ ਜਥੇਦਾਰ ਬਣਾਇਆ, ਉਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੈਕਟੇਰੀਏਟ, ਉਸ ਦੀ ਵੈਬਸਾਈਟ, ਉਸ ਦੀ ਈਮੇਲ,
ਤੇ ਦੁਨੀਆ ਭਰ ਵਿੱਚ ਉਸ ਦਾ ਜਿਹੜੀ ਸੁਤੰਤਰ ਹਸਤੀ ਇੱਕ ਦਫ਼ਤਰ ਦੀ ਸਥਾਪਿਤ ਹੋ ਗਈ ਸੀ, ਚੱਲ ਰਹੀ ਸੀ। ਇਹਨੂੰ ਕਾਰਜਕਾਰੀ ਬਣਾਉਂਦੇ ਸਾਰ ਹੀ ਸਭ ਤੋਂ ਪਹਿਲਾਂ SGPC ਨੇ ਉਹ ਸੁਤੰਤਰ ਹਸਤੀ ਖਤਮ ਕੀਤੀ। ਕੋਈ ਸਿੱਖ ਵਿਦਵਾਨ ਨਹੀਂ ਬੋਲਿਆ। ਮੈਂ ਤਾਂ ਹੈਰਾਨ ਆ, 35 ਜਥੇਬੰਦੀਆਂ ਦਾ ਅਲਾਈਅੰਸ ਹੈ, ਕਿੱਥੋਂ ਆ ਗਿਆ ਕਿ ਜਿਸ ਨੇ ਪਰਮਪਾਲ ਵਰਗੇ ਤੇ ਉਦੋਕੇ ਸਾਹਿਬ ਵਰਗੇ, ਮੈਂ ਉਹਨਾਂ ਦੀ ਵਿਦਵਤਾ ਤੇ ਕੁਐਸਚਨ ਨਹੀਂ ਕਰ ਰਿਹਾ, ਉਹਨਾਂ ਦੀ ਕਾਰਜ ਪ੍ਰਣਾਲੀ ਤੇ ਕੁਐਸਚਨ ਕਰ ਰਿਹਾ। ਸਿੱਖਾਂ ਨੂੰ ਹਰ ਗੱਲ ਨੂੰ ਰਲਗੱਡ ਨਹੀਂ ਕਰਨਾ ਚਾਹੀਦਾ। ਮੈਂ ਕਾਰਜ ਪ੍ਰਣਾਲੀ ਤੇ ਕਿੰਤੂ ਕਰ ਰਿਹਾ ਕਿ ਇਹ ਸਾਰੇ ਬੰਦੇ ਇਸ ਹਿਮਾਇਤੀ 'ਚ ਆ ਗਏ ਕਿ ਰਾਤੋਂ ਰਾਤ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੋਰਟਲ ਹੀ ਉਡਾ ਦਿੱਤਾ ਗਿਆ। ਕਿਉਂ ਹਟਾਇਆ ਗਿਆ ਸਰ? ਇਸ ਲਈ ਕਿ ਉਹਨਾਂ ਦੀ ਸੁਤੰਤਰ ਹਸਤੀ ਖਤਮ ਕਰਨੀ ਸੀ। ਮੈਂ ਤੁਹਾਨੂੰ ਤਾਂ ਹੀ ਕਿਹਾ ਕਿ ਗੁਰਬਚਨ ਸਿੰਘ ਦਾ ਧਿਆਨ ਵੰਡਾਣਾ ਸੀ ਕੌਮ ਦਾ, ਅੰਦਰ ਗੱਲਾਂ ਹੋਰ ਬੜੀਆਂ ਵਾਧੂ ਕੀਤੀਆਂ ਗਈਆਂ। ਅੱਜ ਜੇ ਸਿੱਖ ਕੌਮ ਵਿੱਚੋਂ ਕੋਈ ਬੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਈਮੇਲ ਕਰਨਾ ਚਾਹੇ ਤੇ ਸਾਡੇ ਅਸੀਂ ਕਹਿੰਦੇ ਆ ਸਾਡਾ ਅਕਾਲ ਤਖ਼ਤ ਸੁਪਰੀਮ ਹੈ ਜੀ। ਕਾਹਦਾ ਸੁਪਰੀਮ ਰਹਿ ਗਿਆ ਜੇ? ਉਹਦੇ ਕੋਲ ਤਾਂ ਇੱਕ ਆਪਣੀ ਈਮੇਲ ਨਹੀਂ ਹੈਗੀ ਸੁਤੰਤਰ ਕਿ ਮੈਂ ਚਾਹਾਂ ਇੱਕ ਸਿੱਖ ਚਾਹੇ ਆਪਣੀ ਦਰਖਾਸਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੇਣ ਲਈ, ਤੇ ਉਹਦੇ ਕੋਲ ਤਾਂ ਆਪਣੀ ਈਮੇਲ ਵੀ ਨਹੀਂ ਜੇ ਹੈਗੀ। ਜਥੇਦਾਰ ਸਾਹਿਬ ਤਾਂ ਕਹਿੰਦੇ ਤੁਸੀਂ ਅਕਾਲ ਤਖ਼ਤ ਸਾਹਿਬ ਨੂੰ ਥਾਣਾ ਨਾ ਬਣਾਓ। ਕੋਈ ਥਾਣਾ ਨਹੀਂ ਹੈਗਾ, ਕੋਈ ਸ਼ਿਕਾਇਤ ਤਾਂ ਜਾ ਕੇ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕਰੋ। ਜੇ ਜਥੇਦਾਰ ਸਾਹਿਬ ਦੀ ਸੋਚ ਇਸ ਕਦਰ ਨਿਗਾਰੂ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਨੂੰ ਥਾਣੇ ਨਾਲ ਤੁਲਨਾ ਕਰਨ ਲੱਗ ਗਏ ਨੇ, ਤੇ ਉਸ ਨੂੰ 1 ਮਿੰਟ ਵੀ ਜਥੇਦਾਰ ਰਹਿਣ ਦਾ ਅਧਿਕਾਰ ਨਹੀਂ ਹੈਗਾ, ਉਹਨੂੰ ਤੁਰੰਤ ਇਸਤੀਫਾ ਦੇ ਦੇਣਾ ਚਾਹੀਦਾ। ਇਸ ਕਦਰ ਰੱਦੀ ਸੋਚ ਵਾਲਾ ਬੰਦਾ ਅਸੀਂ ਅਪਣਾਇਆ ਹੋਇਆ। ਕੀ ਮੰਨਦੇ ਹੋ ਸੁਧਾਰ ਕਿੱਦਾਂ ਹੋ ਸਕਦਾ? ਜੇ ਆਪਾਂ ਅਖੀਰ ਚਾਹੀਏ ਸੁਧਾਰ ਕਿੱਦਾਂ ਹੋ ਸਕਦਾ? ਦੇਖੋ ਨਾਕਾਮੀਆਂ ਬਹੁਤ, ਕਾਮਯਾਬੀ ਤੁਸੀਂ ਇੱਕ ਨਹੀਂ, ਤੁਹਾਡੀ ਨਜ਼ਰ 'ਚ ਕੋਈ ਕਾਮਯਾਬੀ ਨਹੀਂ, ਤੁਸੀਂ ਹੁਣ ਤੱਕ ਕਹਿ ਰਹੇ ਹੋ। ਤੁਹਾਡੀ ਨਜ਼ਰ ਵਿੱਚ ਹੈ, ਤੁਸੀਂ ਦੱਸੋ। ਮੇਰੀ ਨਜ਼ਰ ਵਿੱਚ ਤਾਂ ਜੋ ਹੈਗਾ ਮੈਂ ਤੁਹਾਨੂੰ ਦੱਸ ਰਿਹਾ। ਕੌਮ ਦੱਸਦੇ, ਜਥੇਦਾਰ ਖੁਦ ਦੱਸਦੇ ਕਿ ਮੇਰੀਆਂ ਇਹ ਕਾਮਯਾਬੀਆਂ ਨੇ। ਮੈਂ ਕਾਰਜਕਾਰੀ ਜਥੇਦਾਰ ਹੋਣ ਦੇ ਮੈਂ ਕਹਿ ਰਿਹਾ ਮੈਂ ਉਹਨੂੰ ਮਾਨਤਾ ਨਹੀਂ ਦਿੰਦਾ, ਪਰ ਕਾਰਜਕਾਰੀ ਜਥੇਦਾਰ ਨੂੰ ਹਰਪ੍ਰੀਤ ਸਿੰਘ ਨੂੰ ਮੈਂ ਚੈਲੰਜ ਕਰਦਾ, ਗਿਆਨੀ ਹਰਪ੍ਰੀਤ ਸਿੰਘ ਨੂੰ, ਕਿ ਉਹ ਆਪਣੀ 5 ਕਾਮਯਾਬੀਆਂ ਦੱਸ ਦੇ ਕਿ ਜੀ ਮੈਂ ਆ ਕੇ ਆ ਸੁਧਾਰ ਕਰ ਦਿੱਤਾ ਔਰ ਮੈਂ 5 ਫੈਸਲੇ ਚੰਗੇ ਕੀਤੇ ਨੇ। ਮੈਂ ਉਹਦੇ ਸਾਹਮਣੇ ਪੇਸ਼ ਹੋ ਜਾਵਾਂਗਾ, ਜਿਹੜੀ ਮਰਜ਼ੀ ਸਜ਼ਾ ਦੇ ਲਿਓ ਮੈਨੂੰ, ਦੱਸੇ ਤਾਂ ਸਹੀ। ਸੁਧਾਰ ਫਿਰ ਕਿੱਦਾਂ ਹੋ ਸਕਦਾ? ਜੇ ਮੰਨ ਲਓ ਕੋਈ ਕਾਮਯਾਬੀ ਸਾਹਮਣੇ ਨਹੀਂ ਆਂਦੀ, ਫਿਰ ਕਿੱਦਾਂ ਸੁਧਾਰ ਹੋ ਸਕਦਾ? ਕੌਣ ਤੁਹਾਨੂੰ ਲੱਗਦਾ ਕੌਮ 'ਚ ਕੋਈ ਕਾਬਿਲ ਹੈਗਾ ਇਸ ਵੇਲੇ? ਭਾਵੇਂ ਉਹ ਹੋਰ ਵੀ ਜਿੰਨੇ ਵੀ ਆਪਣੇ ਵਿਦਵਾਨ ਆਗੂ ਤੁਰੇ ਫਿਰਦੇ ਨੇ, ਆਪਾਂ ਨਾਮ ਤਾਂ ਨਹੀਂ ਲੈਂਦੇ, ਤੁਹਾਨੂੰ ਉਹਨਾਂ 'ਚੋਂ ਕੋਈ ਕਾਮਯਾਬ ਲੱਗਦਾ ਤੁਹਾਡੀ ਨਜ਼ਰ ਦੇ ਵਿੱਚ? ਕੋਈ ਤੁਹਾਨੂੰ ਜਾਣਦਾ ਹੋਵੇ ਵੀ ਹਾਂ ਇਹ ਕੌਮ ਦੀ ਵਾਗਡੋਰ ਸੰਭਾਲ ਸਕਦਾ, ਇਹਦੇ ਹੱਥ ਕੌਮ ਦੀ ਵਾਗਡੋਰ ਦਿਓ, ਭਾਵੇਂ ਉਹ ਸ਼੍ਰੋਮਣੀ ਕਮੇਟੀ ਦੀ ਹੋਵੇ, ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੋਵੇ? ਕਿਉਂਕਿ ਭੱਜੇ ਤਾਂ ਬਹੁਤ ਫਿਰਦੇ ਨੇ ਕਿ ਅਸੀਂ ਜਿਹੜਾ ਅਕਾਲ ਤਖ਼ਤ ਸਾਹਿਬ ਤੇ ਕਾਬਜ਼ ਹੋਈਏ ਜਾਂ ਅਸੀਂ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋ ਜਾਈਏ। ਖਾਲਸਾ ਜੀ, ਗੱਲ ਮੇਰੀ ਨਜ਼ਰ ਦੀ ਨਹੀਂ ਹੈਗੀ, ਗੱਲ ਹੈਗੀ ਹੈ ਕੌਮ ਦੀ, ਤੇ ਗੱਲ ਹੈਗੀ ਹੈ ਗੁਰਮਤ ਰਹਿਤ ਮਰਿਆਦਾ ਦੀ, ਗੁਰਮਤ ਪ੍ਰਣਾਲੀ ਦੀ। ਇਸ ਦਾ ਫੈਸਲਾ ਖਾਲਸਾ ਪੰਥ ਨੇ ਕਰਨਾ। ਦੂਸਰੀ ਚੀਜ਼, ਸਭ ਤੋਂ ਵੱਡੀ ਚੀਜ਼ ਇਹ ਹੈਗੀ ਹੈ ਕਿ ਗੁਰੂ ਸਾਹਿਬਾਨ ਤੋਂ ਬਾਅਦ ਜਿਸ ਵੇਲੇ ਵੀ ਖਾਲਸਾ ਪੰਥ ਨੇ ਜਥੇਦਾਰ ਚੁਣੇ ਨੇ, ਕਦੇ ਵੀ ਇੱਕ ਪੱਕਾ ਜਥੇਦਾਰ ਹਮੇਸ਼ਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਹੀਂ ਬਿਠਾਇਆ ਗਿਆ। ਇਹ ਬਿਲਕੁਲ ਫੋਬੀਆ। ਇਹ ਜਿਹੜਾ ਪੁਜਾਰੀਵਾਦ ਹੈ, ਹਮੇਸ਼ਾ ਖਾਲਸਾ ਪੰਥ ਦਾ ਔਰ ਸਿੱਖ ਰਹਿਤ ਮਰਿਆਦਾ ਵਿੱਚ ਵੀ, ਤੇ ਜਿਹੜਾ ਸਾਡਾ ਵਿਰਸਾ ਚੱਲ ਰਿਹਾ ਉਹਦੇ ਵਿੱਚ ਵੀ ਇਹ ਨੀਅਤ ਹੋਇਆ ਹੈ ਕਿ ਜਦੋਂ ਵੀ ਪੰਥ ਦੇ ਸਾਹਮਣੇ ਗੰਭੀਰ ਮਸਲੇ ਆਉਣਗੇ, ਪੰਥ ਦੀਆਂ ਹਰ ਜਥੇਬੰਦੀਆਂ ਦਾ ਨੁਮਾਇੰਦਾ ਇਕੱਠ ਹੋਏਗਾ ਤੇ ਹਰ ਗੁਰਦੁਆਰੇ ਤੋਂ ਨੁਮਾਇੰਦੇ ਸੱਦੇ ਜਾਣਗੇ। ਨੁਮਾਇੰਦੇ ਇਕੱਠ ਦਾ ਮਤਲਬ ਇਹ ਹੁੰਦਾ ਕਿ ਪ੍ਰਤੀਨਿਧ ਸੱਦੇ ਜਾਣਗੇ। ਉਹ ਪ੍ਰਤੀਨਿਧ ਸੱਦਣ ਦਾ ਇਕੱਠ ਇਹ ਮੁੱਦਾ ਹੈ ਸੀ ਕਿ ਆਪਣੇ ਆਪਣੇ ਜਥੇਬੰਦੀ ਤੋਂ ਵੀ ਤੇ ਆਪਣੇ ਆਪਣੇ ਮਹੱਲੇ ਤੇ ਸ਼ਹਿਰ ਦੇ ਗੁਰਦੁਆਰੇ ਤੋਂ ਵੀ ਉਹ ਪ੍ਰਤੀਨਿਧ ਚਿੱਠੀ ਲੈ ਕੇ ਆਏਗਾ ਵੀ ਅਸੀਂ ਇਹਨੂੰ ਆਪਣਾ ਪ੍ਰਤੀਨਿਧ ਬਣਾ ਕੇ ਭੇਜ ਰਹੇ ਹਾਂ। ਉੱਥੇ ਇੱਕ ਮਸਲੇ ਨਿਮਿਤ ਇੱਕ ਵਾਰੀ ਇੱਕ ਜਥੇਦਾਰ ਚੁਣਿਆ ਜਾਏਗਾ ਵੀ ਆਹ ਫੈਸਲਾ ਦੇਗਾ। ਉਹਦੇ ਨਾਲ 5 ਸਿੰਘ ਜੋੜੇ ਜਾਣਗੇ 5 ਪਿਆਰਿਆਂ ਦੇ ਤੌਰ ਤੇ। ਉਹ ਮੁੱਦਾ ਜਥੇਦਾਰ 5 ਪਿਆਰਿਆਂ ਨਾਲ ਬੈਠ ਕੇ ਵਿਚਾਰੇਗਾ, 5 ਪਿਆਰੇ ਫੈਸਲਾ ਦੇਣਗੇ, ਜਥੇਦਾਰ ਉਸ ਨੂੰ ਅਨਾਉਂਸ ਕਰੇਗਾ, ਉਸ ਤੋਂ ਬਾਅਦ ਉਹ 5 ਪਿਆਰੇ ਤੋਂ ਜਥੇਦਾਰ ਪੰਥ ਵਿੱਚ ਹੀ ਵਿਲੀਨ ਹੋ ਜਾਣਗੇ। ਸਿਸਟਮ ਖਤਮ। ਸਾਡਾ ਸਿਸਟਮ ਹੈ ਸੀ ਹਰ ਮੌਕੇ ਤੇ ਹਰ ਫੈਸਲੇ ਲਈ, ਹਰ ਮੁੱਦੇ ਲਈ ਇੱਕ ਵਾਹਦ ਚੀਜ਼ ਨੁਮਾਇੰਦਗੀ ਦਿੱਤੀ ਜਾਏਗੀ
ਉਹ ਚੁਣੀ ਜਾਏਗੀ, ਫੈਸਲਾ ਹੋਣ ਤੋਂ ਬਾਅਦ ਉਹ ਪੰਥ ਵਿੱਚ ਵਿਲੀਨ ਹੋ ਜਾਏਗੀ, ਤਾਂ ਜੋ ਕੋਈ ਵੀ ਇਸ ਪਰੰਪਰਾ ਦਾ ਦੁਰਵਿਹਾਰ ਨਾ ਕਰ ਸਕੇ, ਨਿੱਜ ਸਵਾਰਥਾਂ ਲਈ ਵਰਤੋਂ ਨਾ ਕਰ ਸਕੇ। ਜਿਵੇਂ ਕਾਰਜਕਾਰੀ ਜਥੇਦਾਰ ਜੇਬਾਂ ਵਿੱਚੋਂ ਨਿਕਲ ਰਹੇ ਨੇ, ਜਥੇਦਾਰ ਜੇਬਾਂ ਵਿੱਚੋਂ ਨਿਕਲ ਰਹੇ ਨੇ, ਤੇ ਮੁੱਖ ਮੰਤਰੀ ਦੇ ਘਰ ਬੈਠ ਕੇ ਫੈਸਲੇ ਕਰ ਲੈਂਦੇ ਨੇ, ਤੇ ਫਿਰ ਕਹਿੰਦੇ ਨੇ ਅਸੀਂ ਗਏ ਨਹੀਂ, ਤੇ ਟੈਲੀਫੋਨਾਂ 'ਤੇ ਵੀ ਫੈਸਲੇ ਦੇਣ ਲੱਗ ਗਏ, ਤੇ ਈਮੇਲਾਂ 'ਤੇ ਵੀ ਮਾਫ ਕਰਨ ਲੱਗ ਗਏ। ਇਹ ਸਾਰੀ ਪ੍ਰਣਾਲੀ ਤਾਂ ਹੀ ਖਤਮ ਹੋ ਸਕਦੀ ਹੈ ਜੇ ਅਸੀਂ ਮੁੜ ਪੁਰਾਣੀ ਪਰੰਪਰਾ ਨਾਲ ਆਪਣੇ ਆਪ ਨੂੰ ਜੋੜੀਏ। ਤੇ ਕੋਈ ਵੀ ਸਿੱਖ ਸੰਸਥਾ ਸੁਹਿਰਦਤਾ ਨਾਲ ਇਸ ਲਈ ਕੰਮ ਨਹੀਂ ਜੇ ਕਰ ਰਹੀ। ਲੱਗਦਾ ਅੱਗੇ ਕੋਈ ਬਦਲਾਅ ਹੋ ਸਕਦਾ ਅਗਲੇ ਸਮੇਂ? ਬਿਲਕੁਲ ਹੋਏਗਾ। ਪੰਥ ਸੁਚੇਤ ਹੋ ਰਿਹਾ। ਅੱਜ ਜਿਹੜੀ WhatsApp ਯੂਨੀਵਰਸਿਟੀ ਦੇ ਹਜ਼ਾਰਾਂ ਨੁਕਸਾਨ ਨੇ, ਫੇਸਬੁੱਕ ਯੂਨੀਵਰਸਿਟੀ ਦੇ, ਗੂਗਲ ਬਾਬੇ ਦੇ ਬੜੇ ਨੁਕਸਾਨ ਨੇ, ਪਰ ਮੈਂ ਉਸ ਤੋਂ ਇਲਾਵਾ ਜਿਹੜਾ ਸਰਵਰ ਆ ਗਿਆ, ਨੈਟ ਸਰਵਰ ਆ ਗਿਆ, ਇਸ ਦਾ ਇੱਕ ਫਾਇਦਾ ਵੀ ਸਮਝ ਰਿਹਾ ਕਿ ਸਿੱਖ ਸੁਚੇਤ ਵੀ ਹੋ ਰਹੇ ਨੇ, ਕਿਉਂਕਿ ਉਹਨਾਂ ਦੇ ਸਾਹਮਣੇ ਜਦੋਂ ਉਣਤਾਈਆਂ ਆ ਰਹੀਆਂ ਨੇ, ਪਹਿਲਾਂ ਪਤਾ ਨਹੀਂ ਸੀ ਚੱਲਦੀਆਂ, ਹੁਣ ਆ ਰਹੀਆਂ ਨੇ, ਸਾਰਿਆਂ ਦੇ ਕਰੈਕਟਰ ਸਪਸ਼ਟ ਹੋ ਰਹੇ ਨੇ, ਸਾਰਿਆਂ ਦੇ ਕਾਰ ਵਿਹਾਰ ਸਪਸ਼ਟ ਹੋ ਰਹੇ ਨੇ, ਕਾਰਜ ਵਿਧੀਆਂ ਸਪਸ਼ਟ ਹੋ ਰਹੀਆਂ ਨੇ। ਤੇ ਹੁਣ ਬਹੁਤ ਵੱਡਾ ਸਿੱਖਾਂ ਦਾ ਇੱਕ ਤਬਕਾ ਇਹ ਸੋਚਣ ਲੱਗ ਗਿਆ ਕਿ ਵੀ ਸਾਨੂੰ ਵੀ ਹੁਣ ਇਕੱਠ ਆਪਣਾ ਕਰਨਾ ਪੈਣਾ। ਤੇ ਜਦ ਤੱਕ ਸੁਹਿਰਦ ਕਿਸੇ ਵੀ ਜਥੇ ਨਾਲ, ਕਿਸੇ ਵੀ ਸੰਸਥਾ ਨਾਲ ਨਾ ਜੁੜਿਆ ਹੋਇਆ ਸਿੱਖ ਸਵੈ ਇੱਛਾ ਨਾਲ ਜਦ ਤੱਕ ਸਾਹਮਣੇ ਆ ਕੇ ਪੰਥ ਲਈ ਕੋਈ ਨਿਰਣੇ ਨਹੀਂ ਲੈਂਦਾ ਸਿੰਘ ਸਭਾ ਲਹਿਰ ਵਾਕਨ, ਉਦੋਂ ਤੱਕ ਖਾਲਸੇ ਦਾ ਨਿਜ਼ਾਮ ਖਾਲਸਾ ਕਾਲਜ ਵਾਕਨ ਪ੍ਰਗਟ ਨਹੀਂ ਜੇ ਹੋਣਾ। ਮੈਂ ਉਸ ਦੀ ਉਡੀਕ ਕਰ ਰਿਹਾ। ਸ਼ੁਕਰੀਆ ਅਤਿੰਦਰਪਾਲ ਸਿੰਘ ਜੀ। ਸੋ ਸਾਡੇ ਨਾਲ ਮੌਜੂਦ ਸਨ ਸਾਬਕਾ ਮੈਂਬਰ ਪਾਰਲੀਮੈਂਟ ਅਤਿੰਦਰਪਾਲ ਸਿੰਘ, ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਚੈਲੰਜ ਕੀਤਾ ਹੈ ਕਿ ਤੁਸੀਂ ਜਿਹੜਾ ਆਪਣੀਆਂ 5 ਕਾਮਯਾਬੀਆਂ ਦੱਸ ਦਿਓ। ਹੁਣ ਦੇਖਾਂਗੇ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੀਆਂ 5 ਕਾਮਯਾਬੀਆਂ ਸਾਹਮਣੇ ਕਦੋਂ ਲਿਆਉਂਦੇ ਨੇ, ਅਸੀਂ ਵੀ ਉਹਨਾਂ ਤੱਕ ਪਹੁੰਚ ਕਰਾਂਗੇ। ਤੁਸੀਂ ਇਸ ਪ੍ਰੋਗਰਾਮ ਬਾਰੇ ਤੁਹਾਡੇ ਕੀ ਵਿਚਾਰ ਨੇ, ਤੁਸੀਂ ਆਪਣੇ ਕਮੈਂਟ ਕਰਕੇ ਵਿਚਾਰ ਰੱਖ ਸਕਦੇ ਹੋ। ਲੋਕਰਨ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਧੰਨਵਾਦ।